हमारा आयन इलेक्शन चोरी करना कहता सी, हमारा आयन इस मुल्क च 4 मार्शल ला लाना कहता सी, हमारा आयन कहता सी कि इमरान खान ਨੂੰ ਫੈਰ ਮਾਰੋ, हमारा आयन कहता सी ਉਹ ਤੁਹਾਡੀ ਵਕੀਲੋ ਹਾਈ ਕੋਰਟ ਦੇ ਵਿੱਚੋਂ ਕੌਮ ਦੇ ਲੀਡਰ ਨੂੰ ਗਿਰਬਾਨ ਤੋਂ ਫੜਿਆ, ਸਾਡਾ ਦਿਲ ਫਟ ਗਿਆ ਉੱਤੇ ਖੂਨ ਦੇ ਆਂਸੂ ਸਾਡੇ ਰੋਏ ਨੇ, ਤੁਹਾਡੇ ਮੂੰਹ 'ਚ ਚੂੰ ਤੱਕ ਨਹੀਂ ਨਿਕਲੀ। ਵਕੀਲ ਸਿਰਫ ਵਕਾਲਤਾਂ ਕਰ ਸਕਦੇ ਨੇ, ਇਨਕਲਾਬ ਨਹੀਂ ਲਿਆ ਸਕਦੇ। ਜਿਹੜਾ ਆਇਨ ਇਸ ਮੁਲਕ 'ਚ ਸੁਣ ਲਓ ਇਸ ਟਾਈਮ, ਆਰਮੀ ਚੀਫ ਫੀਲਡ ਮਾਰਸ਼ਲ ਫਾਰਮ 47 ਰਿਟਾਇਰ ਹੋ ਗਿਆ, ਲੱਗਾ ਇਸ ਮੁਲਕ ਦਾ ਵਜ਼ੀਰ ਆਜ਼ਮ ਫਾਰਮ 47 ਮੁਲਕ ਦੇ ਵਿੱਚ ਇੱਕ ਵੀ ਉਹਦਾ ਮੈਰਿਟ ਤੇ ਨਹੀਂ ਇਸ ਟਾਈਮ ਹੈ। ਮੁਰਸ਼ਿਦ ਕੀ ਕਹਿੰਦਾ ਸੀ ਜਿੱਥੇ ਵੀ ਜਾਂਦਾ ਸੀ ਸਭ ਤੋਂ ਪਹਿਲੇ ਕਿ ਪਹਿਲੀ ਗੋਲੀ ਮੈਂ ਖਾਵਾਂਗਾ, ਮੈਂ ਖੜਾ ਹੋਵਾਂਗਾ, ਮੈਂ ਆਪਣੀ ਕੌਮ ਵਾਸਤੇ ਸਭ ਤੋਂ ਅੱਗੇ ਹੋਵਾਂਗਾ। ਸਲਮਾਨ ਅਕਰਮ ਰਾਜਾ ਸਾਹਿਬ ਪਹਿਲੇ ਜਿਗਰਾ ਪੈਦਾ ਕਰਨਾ ਪੈਂਦਾ। ਇਮਰਾਨ ਖਾਨ ਨੇ ਹਮੇਸ਼ਾ ਕਿਹਾ ਆਜ਼ਾਦੀ ਵਾਸਤੇ ਮਜ਼ਾਮਤ ਕਰਨੀ ਪੈਂਦੀ ਹੈ, ਰੋੜਾਂ ਤੋਂ ਨਿਕਲੋ, ਰੋੜ ਫੈਸਲਾ ਕਰਨਗੇ। ਆਖਰੀ ਹੱਲ ਕੀ ਹੈ ਯਾਦ ਜੇ ਇਮਰਾਨ ਖਾਨ ਦੇ ਲਫ਼ਾਜ਼, ਆਖਰੀ ਫੈਸਲਾ ਰੋੜਾਂ ਤੇ ਹੋਏਗਾ। 3 ਸਾਲਾਂ ਚੋਂ ਕਿੰਨੀ ਕੁ ਵਾਰੀ ਰੋੜਾਂ ਤੇ ਗਏ ਨੇ? ਭੈਣ ਨਿਕਲੀ ਹੈ ਨਾ, ਅੱਜ ਦੀਆਂ ਭੈਣਾਂ ਨਿਕਲੀਆਂ ਰੋੜ ਤੇ ਗਲੀ ਗਲੀ ਦੇ ਵਿੱਚ, ਕਿਵੇਂ ਆਵਾਮ ਟੁੱਟ ਕੇ ਪੈਂਦੀ। ਆਵਾਮ ਕਹਿੰਦੀ ਨਹੀਂ ਇੱਕ ਵਾਰੀ ਤੂੰ ਅਲਫਾਜ਼ ਮੂੰਹ ਚੋਂ ਕੱਢ, ਉਹਨਾਂ ਨੂੰ ਪਤਾ ਹੈ ਕਿ ਭੈਣ ਨੇ ਭੱਜਣਾ ਨਹੀਂ, ਭੈਣ ਭੱਜਣ ਵਾਲਿਆਂ ਚੋਂ ਨਹੀਂ, ਸ਼ੌਕਤ ਖਾਨਮ ਦੀ ਲਾਦ ਭੱਜਣ ਵਾਲਿਆਂ ਚੋਂ, ਨੱਠਣ ਵਾਲਿਆਂ ਚੋਂ ਨਹੀਂ। ਉਹ ਆਪਣੇ ਸ਼ਹੀਦਾਂ ਨੂੰ ਇਹਨਾਂ ਉਹ ਨਹੀਂ ਕੋਈ ਨਹੀਂ ਕੀਤਾ, ਇਹਨਾਂ ਗੋਲੀਆਂ ਮਰਵਾ ਕੇ ਤੇ ਸੱਤੂ ਪੀ ਕੇ ਸੋ ਗਏ ਨੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਜਦੋਂ ਆਪਣਾ ਲਖਤੇ ਜਿਗਰ ਮਰਦਾ ਨਾ ਫੇਰ ਪਤਾ ਲੱਗਦਾ। ਉਹ ਲੀਡਰ ਸੀ ਕੌਮ ਦਾ, ਉਹਨੂੰ ਦਰਦ ਹੁੰਦਾ ਸੀ ਉਹਦਾ। ਜਦੋਂ ਇੱਕ ਵੀ ਬੰਦਾ ਸ਼ਹੀਦ ਹੋਇਆ ਸੀ ਨਾ ਜ਼ਿੱਲੇ ਸ਼ਾਹ, ਉਹਨੇ ਇਹਨਾਂ ਨੂੰ ਵਕਤ ਪਾ ਕੇ ਰੱਖ ਛੜਿਆ ਸੀ, ਹਰ ਪਲੇਟਫਾਰਮ ਤੇ ਕਹਿੰਦਾ ਸੀ ਇਹ ਮੇਰਾ ਬੰਦਾ ਸ਼ਹੀਦ ਕੀਤਾ। ਤੁਸੀਂ ਹੁੰਦੇ ਕੌਣ ਜੇ ਸ਼ਹੀਦ ਕਰਨ ਵਾਲੇ? ਮਸਲਾ ਹੈ ਵਾ ਕਿ ਪੰਜਾਬ ਦੇ ਵਿੱਚ ਇਸ ਸ਼ਿੱਦਤ ਨਾਲ ਜ਼ੁਲਮ ਕੀਤਾ ਗਿਆ ਜਿਹੜਾ ਇੰਨੀ ਪੀਕ ਤੇ ਜਾ ਕੇ ਕਿਸੇ ਕੌਮ ਤੇ ਨਹੀਂ ਹੋਇਆ। ਜਰਨੈਲਾਂ ਦੀ ਹਿਸਟਰੀ 78 ਸਾਲਾਂ ਤੋਂ ਇਹਨਾਂ ਨੇ ਸਿੱਖਿਆ ਹੀ ਹੈ ਵਾ ਕਿ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ। ਇਹਨਾਂ ਲੜਨਾ ਨਹੀਂ ਸਿੱਖਿਆ, ਇਹ 78 ਸਾਲਾਂ ਤੋਂ ਇਹੀ ਚੀਜ਼ ਇੰਪਲੀਮੈਂਟ ਕਰਾਂਦੇ ਨੇ। ਇਹਨਾਂ ਨੂੰ ਜਿੰਨਾ ਤਜਰਬਾ ਇਸ ਕੌਮ ਨੂੰ ਯਰਗਮਾਲ ਬਣਾਉਣ ਦਾ, ਇਹ ਇਲੈਕਸ਼ਨ ਲੁੱਟਣ ਦਾ, ਕਾਬਜ਼ ਹੋਣ ਦਾ, ਹਕੂਮਤ ਕਰਨ ਦਾ, ਕਿਵੇਂ ਮੁਲਕ ਨੂੰ ਖਰਾਬ ਕਰਨਾ, ਕਿਵੇਂ ਖਾਣਾ, ਇਹਨਾਂ ਨੂੰ ਰੱਤੀ ਬਰਾਬਰ ਕਿਸੇ ਸ਼ਹਿਰ ਦਾ ਨਹੀਂ ਪਤਾ ਕਿ ਬਾਰਡਰ ਕਿਵੇਂ ਕੰਟਰੋਲ ਕਰਨੇ ਨੇ। ਉਹ ਇਹ ਵਤਨ ਤੁਮਾਰਾ ਹੈ, ਹਮ ਖਾਮਖਾ ਇਸਮੇ। ਇਸ ਮੁਲਕ ਦਾ ਸ਼ਹਿਰੀ ਆਪਣੇ ਮੁਲਕ ਦੇ ਵਿੱਚ, ਆਪਣੇ ਸ਼ਹਿਰ 'ਚ ਇੱਕ ਏਰੀਆ 'ਚ ਨਹੀਂ ਜਾ ਸਕਦਾ ਬਿਨਾਂ ਆਈਡੀ ਕਾਰਡ ਵਹਾਏ। ਲੇਕਿਨ ਅਸੀਂ ਇਨਸ਼ਾਅੱਲਾ ਜਿੰਨੀ ਦੇਰ ਤੱਕ ਇਸ ਮੁਲਕ ਦਾ ਕਬਜ਼ਾ ਨਹੀਂ ਛੜਾਇਆ, ਜਿੰਨੀ ਦੇਰ ਤੱਕ ਇਸ ਫੌਜ ਨੂੰ ਬੈਰਕਾਂ 'ਚ ਨਹੀਂ ਭੇਜਿਆ, ਜਿੰਨੀ ਦੇਰ ਤੱਕ ਜਿਹਨੇ ਜਰਾਇਮ ਕੀਤੇ ਉਹਨੂੰ ਨਾ ਲਟਕਾਇਆ, ਅਸੀਂ ਚੈਨ ਨਾ ਬਹਿਣ ਵਾਲੇ ਕੋਈ ਨਹੀਂ। ਖਾਮਖਾਂ ਅਸੀਂ ਤੇ ਐਵੇਂ ਰੋਲਾ ਪਾਉਣ ਨੂੰ, ਅਸੀਂ 4-5 ਗੱਦਾਰ ਆ, ਰੋਲਾ ਪਾਉਂਦੇ ਰਹਿਣਗੇ ਤੇ ਉਹ ਕਹਿਣਗੇ ਇਹਨਾਂ ਨੂੰ ਬੜੀ ਤਕਲੀਫ ਹੈ। ਤਕਲੀਫ ਹੋਵੇ ਨਾ, ਅਸੀਂ ਸਾਡਾ ਮੁਲਕ ਇੱਕ ਬੰਦਾ ਵੀ ਬੋਲਦਾ ਰਵੇ ਨਾ, ਨਜ਼ਰ ਭਾਈ ਇਹ ਕਹਿੰਦੇ ਨਾ ਐਵੇਂ ਮੁਲਕ ਚੱਲੇਗਾ, ਵੇਖ ਲਾਂਗੇ, ਤੁੰਨ ਲਾਂਗੇ, ਇਸ਼ਤਿਸ਼ਾਰੀ ਕਰ ਦਾਂਗੇ, ਆ ਕਰ ਦਾਂਗੇ, ਉਹ ਹੀ ਬੜਕਾਂ ਜਿਹੜੀਆਂ 78 ਸਾਲ 'ਚ ਵੱਜਦੀਆਂ। ਲੇਕਿਨ ਸਾਹਬ ਐਸਾ ਪੈਂਟ ਐਸੀ ਗਿੱਲੀ ਹੋਈ ਪਈ ਆ ਕਿ ਕੋਈ ਬੱਚਾ ਵੀ ਟਵੀਟ ਕਰ ਦੇਣਾ ਸ਼ਾਮ ਨੂੰ ਆਣ ਕੇ ਉਹਨੂੰ ਘਰੋਂ ਚੁੱਕ ਲੈਂਦੇ ਨੇ। ਅਗਰ ਉਹ ਘਰ ਨਾ ਹੋਵੇ ਤੇ ਉਹਦੇ ਮਾਂ ਪਿਓ ਨੂੰ ਚੁੱਕ ਕੇ ਲੈ ਜਾਂਦੇ ਨੇ। ਤਰੀਖੀ ਅਲਫਾਜ਼ ਅੱਜ ਵੀ ਉਹ ਨੇ ਜਿਹੜੇ ਉਹਨੇ ਕਾਇਦੇ ਆਜ਼ਮ ਨੇ ਆਖਿਆ ਸੀ ਕਿ ਤੁਸੀਂ ਸਿਵਲੀਅਨ ਦੇ ਨੌਕਰ ਜੇ, ਤੁਸੀਂ ਆਰਡਰ ਮੰਨੋਗੇ, ਸਿਵਲੀਅਨ ਇਸ ਮੁਲਕ 'ਚ ਕਾਨੂੰਨ ਬਣਾਉਣਗੇ। ਇਹ ਹੈ ਸੀ ਨਾ, ਇਹ ਉਹਦੇ ਕਲਮ 'ਚੋਂ ਨਿਕਲੇ ਅਲਫਾਜ਼ ਨੇ। जी अस्सलाम वालेकुम नाज़रीन, मैं हूं नज़र अब्बास लंदन से। आज 26 जुलाई इतवार का दिन, आज आपको याद दहाने के लिए कि 237 दिन हो गए हैं डिफेक्टिव मार्शल लॉ के, आसम मुनीर की फस्तायत के, जुल्म के दौर के। और इमरान खान साहब को अब तकरीबन 3 साल होने वाले हैं जेल के अंदर। और आपको याद कराएं कि पाकिस्तान में इस वक्त गर्मी से बुरा हाल है और हबस का माहौल है, और ऐसे माहौल में आपको फिर दोबारा से याद कराना पड़ता है। भाई ये इसलिए आपको याद कराना ताकि ये कुछ चीज़ आपके जेल में रह ना जाए, कोई ये ना कहे कि सन पता नहीं सी कि इमरान खान जेल चला गया, हमें पता नहीं लगा कि इमरान खान जेल में है। इमरान खान साहब की जो सूरत हाल है वो आपके सामने है। आज मैंने खास तौर पे एक ऐसे बंदे को फिर मैंने दावत दी अपने साथ गुफ्तगू के लिए, जिसकी बहुत ज्यादा बेतहाशा जेल का मुझे कहा गया, बहुत से लोगों ने कहा जी कि इनको दोबारा से बुलाएं। तो मैं आपके सामने लेके आता हूँ अबू बकर। अबू बकर। वालेकुम सलाम। अच्छा यार अबू बकर, ਅਸੀਂ ਜ਼ਜ਼ਾਰ ਪੰਜਾਬੀ 'ਚ ਗੱਲ ਕਰਨੀ, ਇੰਟਰੋ ਜ਼ਰਾ ਉਰਦੂ 'ਚ ਹੁੰਦਾ ਤੇ ਅਸੀਂ ਤੇ ਪੰਜਾਬੀ 'ਚ ਗੱਲ ਕਰਨੀ। ਮੈਨੂੰ ਕਹਾ ਕਿ ਇੱਕ ਬੰਦੇ ਨੇ ਵੀ ਕਿਹਾ ਜੀ ਕਿ ਆਪ ਉਰਦੂ में बात करें। मैं कहा उर्दू 'ਚ ਗੱਲ ਨਹੀਂ ਕਰਦਾ ਭਾਈ, ਉਹ ਗੱਲ ਹੀ ਪੰਜਾਬੀ 'ਚ ਕਰਦਾ, ਉਰਦੂ ਵਾਲਾ ਸੀਨ ਹੀ ਨਹੀਂ। ਅੱਛਾ ਅਬੂ ਬकर, खैर खैरियत सब ठीक ठाक? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ? बहुत शुक्र अलहमदुल्ला। अच्छा बकर, ये दसो, सलमान अकरम राजा ने एक ट्वीट कर मारी है, वो कह रहा जी कि अपनी मजबूरियां दस रहा कि मैं बड़ा कोई बेबस जिहा बंदा वां, ਅਸੀਂ ਸਾਰੇ ਚਾਹੁੰਦੇ ਆ ਤੇ ਇੱਕ ਦੋ ਬੰਦਿਆਂ ਦਾ ਇਨਕਲਾਬ ਨਹੀਂ ਆਣਾ, ਇਨਕਲਾਬ ਵਾਸਤੇ ਬੰਦੇ ਬਹੁਤ ਸਾਰੇ ਚਾਹੀਦੇ ਆ, ਉਹ ਕੋਈ ਲੱਖਾਂ ਚ ਕੋਈ ਆਦਮੀ ਚਾਹੀਦੇ ਆ। ਅਸੀਂ ਸਾਰੇ ਚਾਹੁੰਦੇ ਕਿ ਇਮਰਾਨ ਖਾਨ ਲੈ ਕੇ, ਲੇਕਿਨ ਤੁਸੀਂ ਸਾਰੇ ਡਿਜੀਟਲ ਮੀਡੀਆ ਵਾਲੇ ਉਹਨਾਂ ਦੇ ਮਗਰ ਪਏ ਹੋ, ਤੁਸੀਂ ਉਹਨਾਂ ਨੂੰ ਜੀਣ ਨਹੀਂ ਦਿੰਦੇ, ਵਰਨਾ ਉਹਨਾਂ ਦੇ ਬੰਦੇ ਵੀ ਇਕੱਠੇ ਕਰ ਲੈਣ ਸੰਤੇ, ਉਹਨਾਂ ਨੇ ਸਾਰਾ ਕੁਝ ਕਰਨਾ ਸੀ। ਤੁਸੀਂ ਹੁਣ ਜਾਨ ਛੱਡੋਗੇ, डिजिटल मीडिया सारा जान छेगा तो बंदे इकट्ठे करना कि इनकलाब लैके आएंगे। उन्होंने मैनू इदा लगा कि ये मतलब है कि तनकीद की वजह प्रॉब्लम हो गई है उन्होंने कोई।
ਨਜ਼ਰ ਭਾਈ ਸਭ ਤੋਂ ਪਹਿਲੇ ਤੇ ਪਿਛਲੇ 3 ਸਾਲ ਹੋ ਗਏ ਨੇ ਕਿੰਨੇ ਇਮਰਾਨ ਖਾਨ ਨੂੰ 8 ਤਰੀਕ ਨੂੰ 5 ਤਰੀਕ ਨੂੰ 3 ਸਾਲ ਹੋ ਜਾਣੇ 3 ਸਾਲ 'ਚ ਜਲਸੇ ਕਰ ਇਹ ਰੱਜੇ ਨਹੀਂ 3 ਸਾਲ 'ਚ ਇਹ ਟਵੀਟਾਂ ਕਰ ਰੱਜੇ ਨਹੀਂ 3 ਸਾਲ 'ਚ ਕੇਸ ਲੜ ਕੇ ਰੱਜੇ ਨਹੀਂ ਹੁਣ ਇਹ ਕਹਿੰਦੇ ਨੇ ਜੀ ਅਸੀਂ ਚਾਹੁੰਦੇ ਹਾਂ ਮੁਲਾਕਾਤ ਹੋਵੇ ਲੇਕਿਨ ਇਹ ਟਵੀਟ 'ਚ ਲਿਖਿਆ ਜੀ ਇਹ ਇੱਕ ਟਰੱਕ ਨਹੀਂ ਹੋਣਾ ਚਾਹੀਦਾ 30,000 ਬੰਦੇ ਨਾਲ ਇਨਕਲਾਬ ਨਹੀਂ ਆਂਦਾ ਮੀਡੀਆ ਤੇ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਆਸਾਨ ਹੈ ਫਲਾਣਾ ਕਰਨਾ ਬੜਾ ਆਸਾਨ ਹੈ ਧਮਕਾਣਾ ਕਰਨਾ ਉਹ ਇਮਰਾਨ ਖਾਨ ਸਾਹਿਬ ਨਾਲ ਮੁਰਸ਼ਦ ਨਾਲ 5 ਕਰੋੜ ਦੇ ਜਿਹੜਾ ਮੁਲਕ ਦਾ ਮੁਰਸ਼ਦ ਹੈ ਉਹਦੇ ਨਾਲ ਮੁਲਾਕਾਤ ਕਰਨਾ ਤੇ ਕੰਮ ਹੀ ਕੋਈ ਨਹੀਂ ਰਿਹਾਈ ਵੀ ਕੋਈ ਕੰਮ ਨਹੀਂ ਜਿਗਰਾ ਪੈਦਾ ਕਰਨਾ ਗੁਰਦਾ ਵੱਡਾ ਰੱਖਣ ਕਿਵੇਂ ਨਹੀਂ ਮੁਲਾਕਾਤ ਹੁੰਦੀ ਇਹਨਾਂ ਦਾ ਅੱਬਾ ਵੀ ਮੁਲਾਕਾਤ ਕਰਾਏਗਾ ਮੁਲਾਕਾਤ ਤੇ ਬੜੀ ਦੂਰ ਦੀ ਗੱਲ ਰਿਹਾਈ ਵੀ ਕਰਾਏਗਾ ਮੈਂ ਦੱਸਣਾ ਇਹਨਾਂ ਨੂੰ ਹੱਲ ਨਜ਼ਰ ਭਾਈ 2 ਸਾਲ ਦਾ ਬੱਚਾ ਹੁੰਦਾ ਨਾ 2 ਦਿਨ ਦਾ ਬੱਚਾ ਉਹਨੂੰ ਵੀ ਆਪਣਾ ਦੁੱਧ ਪੀਣ ਵਾਸਤੇ ਨਾ ਹੱਡੀਆਂ ਮਾਰਨੀਆਂ ਪੈਂਦੀਆਂ ਰੋਣਾ ਪੈਂਦਾ ਮਜ਼ਾਮਤ ਕਰਨੀ ਪੈਂਦੀ ਆ ਫੇਰ ਮਾਂ ਜਾ ਕੇ ਉਹਨੂੰ ਦੁੱਧ ਪਿਆਂਦੀ ਮਾਂ ਨੂੰ ਪਤਾ ਲੱਗਦਾ ਇਹਨੂੰ ਭੁੱਖ ਲੱਗੀ ਹੈ ਇਹਨੂੰ ਦਰਦ ਹੁੰਦੀ ਇਹਨੂੰ ਇਹ ਸ਼ੈ ਹੁੰਦੀ ਉਹ 2 ਦਿਨ ਦਾ ਬੱਚਾ ਮਜ਼ਾਮਤ ਕਰਦਾ ਇੱਥੇ 25 ਕਰੋੜ ਦਾ ਸੂਬਾ ਹੈ ਇਹਨਾਂ ਨੇ ਮਜ਼ਾਮਤ ਕੀ ਕੀਤੀ ਆ ਕਰਨ ਸੂਬਾ ਬੰਦ ਲਾਨ ਕਰਨ ਸਲਮਾਨ ਕਰਨ ਰਾਜਾ ਸਾਹਿਬ ਪਹਿਲੇ ਜਿਗਰਾ ਪੈਦਾ ਕਰਨਾ ਪੈਂਦਾ ਮੁਰਸ਼ਿਦ ਕੀ ਕਹਿੰਦਾ ਸੀ ਜਿੱਥੇ ਵੀ ਜਾਂਦਾ ਸੀ ਸਭ ਤੋਂ ਪਹਿਲੇ ਕਿ ਪਹਿਲੀ ਗੋਲੀ ਮੈਂ ਖਾਵਾਂਗਾ ਮੈਂ ਖੜਾ ਹੋਵਾਂਗਾ ਮੈਂ ਆਪਣੀ ਕੌਮ ਵਾਸਤੇ ਸਭ ਤੋਂ ਅੱਗੇ ਹੋਵਾਂਗਾ ਵੇਖਣਾ ਕਿਹੜਾ ਤਹਿਰੀਕ ਨੂੰ ਡੱਕਦਾ ਉਹਨੇ ਗੋਲੀਆਂ ਨਹੀਂ ਖਾਧੀਆਂ ਸਭ ਤੋਂ ਪਹਿਲੇ ਉਹਨੇ ਸੀਨੇ ਤੇ ਗੋਲੀਆਂ ਖਾਧੀਆਂ ਇਹ ਤਾਂ ਰੱਬ ਬਚਾ ਗਿਆ ਉਹਦੀਆਂ ਲੱਤਾਂ 'ਚ ਵੱਜੀ ਥੱਲੋਂ ਫੈਰ ਮਾਰੇ ਸਭ ਤੋਂ ਪਹਿਲੇ ਉਹਨੇ ਗੋਲੀਆਂ ਖਾਧੀਆਂ ਗਿਰੇ ਬਾਂਹ ਤੱਕ ਉਹਨੇ ਫੜਵਾਇਆ ਹਾਈ ਕੋਰਟਾਂ ਦੇ ਵਿੱਚ ਉਹਦੀਆਂ ਭੈਣਾਂ ਤੇ ਜ਼ੁਲਮ ਨਹੀਂ ਹੋਇਆ ਬੀਵੀ ਤੇ ਜ਼ੁਲਮ ਨਹੀਂ ਹੋਇਆ ਭਾਂਜਿਆਂ ਤੇ ਜ਼ੁਲਮ ਨਹੀਂ ਹੋਇਆ ਉਹਨੂੰ ਨਹੀਂ ਸੀ ਪਤਾ ਮੇਰੇ ਨਾਲ ਇੰਜ ਹੋਏਗਾ ਲੇਕਿਨ ਉਹ ਕੌਮ ਵਾਸਤੇ ਖੜਾ ਆਇਆ ਉਹਨੇ ਸਾਬਤ ਕਰਕੇ ਵਾਇਆ ਲੀਡਰ ਖੜੇ ਹੁੰਦੇ ਨੇ ਲੀਡਰ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੇ ਲੀਡਰ ਮਸਲਿਆਂ ਦਾ ਹੱਲ ਦੱਸਦੇ ਨੇ ਤੁਸੀਂ ਕਰੋ ਹਾਂ ਸੂਬਾ ਬੰਦ ਇਹਨਾਂ ਦਾ ਪਿਓ ਵੀ ਕਰੇਗਾ ਐਲਾਨ ਕਰਨਾ ਸਲਮਾਨ ਕਰਨ ਰਾਜਾ ਸਾਹਿਬ ਕਿ 5 ਅਗਸਤ ਨੂੰ ਅਸੀਂ ਜਾਂ ਮਰ ਦਾਂਗੇ ਜਾਂ ਮਾਰ ਦਾਂਗੇ ਅਸੀਂ ਆਪਣੇ ਲੀਡਰ ਨੂੰ ਮੋਢਿਆਂ ਦੇ ਬਹਾ ਕੇ ਡਿਆਲਾ ਚੋਂ ਕਢਵਾਵਾਂਗੇ ਤੇ ਫਿਰ ਇੱਥੇ ਇਹਨਾਂ ਨੂੰ ਕਾਨੂੰਨ ਯਾਦ ਆ ਜਾਣਗੇ ਆਇਨ ਇਹ ਨਹੀਂ ਕਹਤਾ ਕਾਨੂੰਨ ਇਹ ਨਹੀਂ ਕਹਤਾ ਇੱਥੇ ਮੈਂ ਕਹਿਣਾ ਵਾ ਵਕੀਲ ਸਿਰਫ ਵਕਾਲਤਾਂ ਕਰ ਸਕਦੇ ਨੇ ਇਨਕਲਾਬ ਨਹੀਂ ਲਿਆ ਸਕਦੇ ਵਕੀਲ ਸਿਰਫ ਕੇਸ ਲੜ ਸਕਦੇ ਨੇ ਉਹ ਲੀਡ ਨਹੀਂ ਕਰ ਸਕਦੇ ਇਹ ਵਕੀਲ ਨੇ ਵਕਾਲਤ ਕਰ ਸਕਦੇ ਨੇ ਇਹ ਮਜ਼ਾਮਤਕਾਰ ਨਹੀਂ ਇਹ ਲੀਡਰ ਨਹੀਂ ਲੀਡਰ ਦੀ ਨਿਸ਼ਾਨੀ ਹੁੰਦੀ ਹੈ ਲੀਡਰ ਕੱਲਾ ਵੀ ਖਲੋ ਜਾਂਦਾ ਕਹਿੰਦਾ ਆਹ ਖੜਾ ਜੇ ਆਪਣੀ ਕੌਮ ਦੇ ਪਿੱਛੇ ਮਰ ਜੋ ਭੱਜਾਂਗਾ ਨਹੀਂ ਹੈ ਇਹ ਪਹਿਲੋਂ ਖੜੇ ਤੇ ਹੋਣ ਇਹਨਾਂ ਨੇ ਆਪਣੇ ਲੋਕਾਂ ਨੂੰ ਗੋਲੀਆਂ ਮਰਵਾ ਲੀਆਂ 26 ਨਵੰਬਰ ਨੂੰ ਇਹ ਹੁਣ ਬਣੇ ਫਿਰਦੇ ਨੇ ਉਹ ਸਤੂਰ ਦੀ ਗੱਲ ਨਹੀਂ ਸੁਣੀ 14 ਉਹ ਨੌਜਵਾਨ ਨੇ ਜਿਹੜੇ ਦਿਨ ਦੇ ਦਿਹਾੜੇ ਤੇ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਜਿਹੜੇ ਮਾਵਾਂ ਦੇ ਪੁੱਤ ਆਜ਼ਾਦੀ ਵਾਸਤੇ ਆਏ ਇਸ ਕੌਮ ਵਾਸਤੇ ਆਏ ਇਸ ਮੁਲਕ ਵਾਸਤੇ ਆਏ ਮੁਲਕ ਨੂੰ ਚੇਂਜਿੰਗ ਕਰਨ ਵਾਸਤੇ ਆਏ ਹਕੀਕੀ ਆਜ਼ਾਦੀ ਲਿਆਉਣ ਵਾਸਤੇ ਆਏ ਕੌਮ ਦੇ ਹੀਰੇ ਜਿਨ੍ਹਾਂ ਨੂੰ ਮੁਸਤਕਬਲ 'ਚ ਇਨਸ਼ਾਅੱਲਾ ਇਸ ਮੁਲਕ 'ਚ ਆਜ਼ਾਦੀ ਆ ਲੈਣ ਦੋ ਇਨਸ਼ਾਅੱਲਾ ਅਸਲ ਉਹ ਹੱਕਾਂ ਦੇ ਨਿਸ਼ਾਨੇ ਹੈਦਰਾਂ ਦੇ ਇਹਨਾਂ 18 ਸਮਾਤਾਂ ਸਮਾਜ 'ਚ ਗੰਡਾਪੁਰ ਨਹੀਂ ਗਿਆ ਇੱਕ ਸਮਾਜ 'ਚ ਬਰਿਸਟਰ ਗੋਹਰ ਨਹੀਂ ਗਿਆ ਇੱਕ ਸਮਾਜ ਦੇ ਵਿੱਚ ਵੀ ਸੇਲ ਅਫਰੀਦੀ ਨਹੀਂ ਗਿਆ ਇੱਕ ਸਮਾਜ 'ਚ ਵੀ ਸਲਮਾਨ ਅਕਰਮ ਰਾਜਾ ਨਹੀਂ ਗਿਆ ਤੁਸੀਂ ਆਪਣੇ ਲੋਕਾਂ ਨੂੰ ਔਨ ਨਹੀਂ ਕਰਦੇ ਤੁਸੀਂ ਆਪਣੀ ਪਾਰਟੀ ਨੂੰ ਔਨ ਨਹੀਂ ਕਰਦੇ ਆਪਣੇ ਨੌਜਵਾਨਾਂ ਨੂੰ ਤੁਸੀਂ ਔਨ ਨਹੀਂ ਕਰਦੇ ਤੁਹਾਡੇ ਮਗਰ ਕਿਹਨੇ ਖਲੋਣਾ ਖੜੇ ਹੋ ਹਾਂ ਪਹਿਲੇ ਇਹਨਾਂ ਦੀ ਐਸੀ ਦੀ ਤੈਸੀ ਐਲਾਨ ਹੋਏ ਹਾਂ ਭੈਣ ਨਿਕਲੀ ਹੈ ਨਾ ਅੱਜ ਦੀਆਂ ਭੈਣਾਂ ਨਿਕਲੀਆਂ ਰੋਡ ਤੇ ਗਲੀ ਦੇ ਵਿੱਚ ਕਿਵੇਂ ਆਵਾਮ ਟੁੱਟ ਕੇ ਪੈਂਦੀ ਆਵਾਮ ਕਹਿੰਦੀ ਨਹੀਂ ਇੱਕ ਵਾਰੀ ਤੂੰ ਅਲਫਾਜ਼ ਮੂੰਹ ਚੋਂ ਕੱਢ ਉਹਨਾਂ ਨੂੰ ਪਤਾ ਹੈ ਕਿ ਭੈਣ ਨੇ ਭੱਜਣਾ ਨਹੀਂ ਭੈਣ ਭੱਜਣ ਵਾਲਿਆਂ ਚੋਂ ਨਹੀਂ ਸ਼ੌਕਤ ਖਾਨਮ ਦੀ ਲਾਦ ਭੱਜਣ ਵਾਲਿਆਂ ਚੋਂ ਨੱਠਣ ਵਾਲਿਆਂ ਚੋਂ ਨਹੀਂ ਉਹ ਗੱਲ ਕਰਕੇ ਪੂਰਾ ਹੋਣ ਗਿਆ ਇਹ ਨਹੀਂ ਹੋਤਾ ਉਹ ਭਾਜੀ ਜਿਹੜੀ ਵੀ ਤਹਿਰੀਕਾਂ ਦੁਨੀਆ ਚ ਉੱਠੀਆਂ ਕਰੋੜਾਂ ਲੈ ਕੇ ਸੜਕਾਂ ਤੇ ਨਹੀਂ ਆਏ ਕੱਲੇ ਬੰਦੇ ਤੋਂ ਸ਼ੁਰੂ ਹੋਈ ਹੈ ਅਕਾਕਰੋਚ ਉਹ ਕਹਿੰਦੇ ਨੇ ਜੀ ਤੁਸੀਂ ਮੁਖਾਲਫਤ ਕਰਾਤੀ ਤੁਸੀਂ ਪਾਰਟੀ ਖਰਾਬ ਕਰਤੀ ਤਨਕੀਦ ਕਰਕੇ ਤੇ ਉਹਦੀ ਵਜ੍ਹਾ ਨਾਲ ਬੰਦੇ ਨਹੀਂ ਇਕੱਠੇ ਹੋਣ ਡਏ ਉਹ ਤੇ ਬਿਲਕੁਲ ਤਿਆਰ ਬੈਠੇ ਉੱਥੇ ਕਹਿੰਦੇ ਸੀ ਤੁਸੀਂ ਬੰਦਾ ਲੈ ਕੇ ਆ ਰਹੇ ਕਿਹੜੀ ਨਜ਼ਰ ਭਾਈ ਪਾਰਟੀ ਇਮਰਾਨ ਖਾਨ ਸਾਹਿਬ ਨੇ ਆਖਿਆ ਇਸ ਪਾਰਟੀ ਦੀ ਤੁਸੀਂ ਗੱਲ ਕਰਦੇ ਜੇ ਨਾ ਪਾਰਟੀ ਇੱਕ ਬੰਦਾ ਸੀ ਇਮਰਾਨ ਅਹਿਮਦ ਖਾਨ ਨਿਆਜ਼ੀ ਲੀਡਰ ਇੱਕ ਕੇ ਉਹ ਜੇਲ੍ਹ ਦੇ ਵਿੱਚ ਪੀਟੀਆਈ ਇੱਕ ਕੇ ਇਹ ਪਿੱਛੇ ਕਿਹੜੀ ਪਾਰਟੀ ਆ ਇਮਰਾਨ ਖਾਨ ਨੇ ਆਖਿਆ ਪਿਛਲੇ ਸਾਲ ਉਹਨੇ ਟਵੀਟ ਕੀਤੀ ਸੀ ਮੇਰੇ ਤੇ ਜ਼ੁਲਮ ਜ਼ਹਿਨੀ ਮਰੀਜ਼ ਆਸਮ ਮਨੀਰ ਕਰਾ ਰਿਹਾ ਇਸ ਪਾਰਟੀ ਦੇ ਵਿੱਚ ਕਿਸੇ ਐਮਪੀਏ ਕਿਸੇ ਐਮਐਨਏ ਕਿਸੇ ਵਜ਼ੀਰ ਕਿਸੇ ਮਸ਼ੀਰ ਕਿਸੇ ਇਨਫੋਰਮੇਸ਼ਨ ਸੈਕਟਰੀ ਕਿਸੇ ਦੇ ਵਿੱਚ ਜੁਰਤ ਹੈ ਤੇ ਨਾ ਲਵੇ ਕਿ ਇਸ ਮੁਲਕ ਦਾ ਕਾਬਜ਼ ਡਿਕਟੇਟਰ ਜਨਰਲ ਆਸਮ ਮਨੀਰ ਜ਼ਹਿਨੀ ਮਰੀਜ਼ ਹੈ ਜਿਹੜਾ ਇਮਰਾਨ ਖਾਨ ਤੇ ਉਹਦੀ ਬੀਵੀ ਤੇ ਜ਼ੁਲਮ ਕਰਾ ਦਿਆ ਮੈਂ ਮੰਨ ਜਾਗਾ ਪਾਰਟੀ ਕਿੱਡੇ ਕੁ ਜੋਗੀ ਹੈ ਉਹ ਜਿਗਰਾ ਹੀ ਨਹੀਂ ਤੁਹਾਡੇ ਵਿੱਚ ਹੈ ਜੇ ਮੈਂ ਨਾਂ ਲੈ ਸਕਦਾ ਵਾਂ ਕਿ ਆਸਮ ਮਨੀਰ ਆਪਣੇ ਲੀਡਰ ਦਾ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਲਫ਼ਾਜ਼ ਸੀ ਕਿ ਆਸਮ ਮਨੀਰ ਨੂੰ ਆਪਣੇ ਮੁਲਕ ਦੀ ਰੱਤੀ ਬਰਾਬਰ ਵੀ ਫਿਕਰ ਕੋਈ ਨਹੀਂ ਇਹ ਮਗਰਬੀ ਦੁਨੀਆ ਦੇ ਇਸ਼ਾਰਿਆਂ ਤੇ ਖੇਲ ਕੇ ਪਾਕਿਸਤਾਨ ਨੂੰ ਤਬਾਹ ਕਰਾਉਂਦੇ ਆ ਜਿਗਰਾ ਇਹਨਾਂ ਦੇ ਵਿੱਚ ਸਲਮਾਨ ਅਕਰਮ ਰਾਜਾ ਚ ਟਵੀਟ ਕਰੇ ਕੋਡ ਕਰਿਆ ਇਸ ਟਵੀਟ ਨੂੰ ਕਰੇ ਸੇਲ ਅਫਰੀਦੀ ਕੋਡ ਕਰੇ ਜਨੇਦ ਅਕਬਰ ਕੋਡ ਕਰੇ ਸ਼ਫੀ ਜਾਨ ਕੋਡ ਕਰੇ ਸ਼ਾਹਦ ਖਟਕ ਕੋਡ ਕਰੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਕਰੇ ਕੋਈ ਇਹਨਾਂ ਚ ਜਿਗਰਾ ਹੀ ਕੋਈ ਨਹੀਂ ਇਹ ਕਿਹੜੀ ਪਾਰਟੀ ਦੀ ਗੱਲ ਕਰਦੇ ਨੇ ਪਾਰਟੀ ਸਿਰਫ ਇਮਰਾਨ ਖਾਨ ਤੇ ਉਹਦਾ ਨਜ਼ਰੀਆ ਜਿਹੜਾ ਇਸ ਟਾਈਮ ਸੋਸ਼ਲ ਮੀਡੀਆ ਤੇ ਜਾਂ ਜਿਹੜੀ ਆਵਾਮ ਉਹਦੇ ਨਾਲ ਖੜੀ ਹੈ ਜਾਂ ਜੇਲ੍ਹਾਂ 'ਚ ਜਿਹੜੇ ਲੋਕ ਨੇ ਉਹ ਪਾਰਟੀ ਆ ਇਹ ਕੌਣ ਹੋ ਗਏ ਨੇ ਪਾਰਟੀ ਇਹ ਤੇ ਬਣੇ ਹੀ ਉਦੋਂ ਨੇ ਜਦੋਂ ਇਮਰਾਨ ਖਾਨ ਜੇਲ੍ਹ 'ਚ ਗਿਆ
ਇਹ ਬਣੇ ਹੀ ਇਸ ਗੱਲੋਂ ਨੇ। ਖਾਨ ਸਾਹਿਬ ਜੇਲ੍ਹ ਚ ਗਏ ਨੇ ਤੇ ਬਣੇ ਨੇ। ਜਿਸ ਦਿਨ ਖਾਨ ਸਾਹਿਬ ਬਾਹਰ ਆ ਗਏ ਇੱਕ ਵੀ ਨਜ਼ਰ ਨਹੀਂ ਆਣਾ। ਇਮਰਾਨ ਖਾਨ ਨੇ ਹਮੇਸ਼ਾ ਕਿਹਾ ਆਜ਼ਾਦੀ ਵਾਸਤੇ ਮਜ਼ਾਮਤ ਕਰਨੀ ਪੈਂਦੀ ਹੈ, ਰੋੜਾਂ ਤੋਂ ਨਿਕਲੋ, ਰੋੜ ਫੈਸਲਾ ਕਰਨਗੇ। ਆਖਰੀ ਹੱਲ ਕੀ ਹੈ ਯਾਦ ਜੇ ਇਮਰਾਨ ਖਾਨ ਦੇ ਲਫ਼ਾਜ਼, ਆਖਰੀ ਫੈਸਲਾ ਰੋੜਾਂ ਤੇ ਹੋਏਗਾ। 3 ਸਾਲਾਂ ਚੋਂ ਕਿੰਨੀ ਕੁ ਵਾਰੀ ਰੋੜਾਂ ਤੇ ਗਏ ਨੇ। ਅੱਛਾ ਵਕਰ, ਇੱਕ ਚੀਜ਼ ਬੜੀ ਮੈਨੂੰ ਜ਼ਾਤੀ ਤੌਰ ਤੇ ਬੜੀ ਤਕਲੀਫ ਹੋਈ ਜਿਸ ਚੀਜ਼ ਦੀ, ਉਹ ਸੀ 26 ਨਵੰਬਰ ਦਾ ਜਿਹੜਾ ਕੇਸ ਸੀ, ਉਹ ਬੈਰਿਸਟਰ ਗੋਹਰ ਨੇ ਕੇਸ ਕੀਤਾ ਕਿ ਸਾਡੇ ਬੰਦਿਆਂ ਨਾਲ ਜ਼ੁਲਮ ਹੋਇਆ, ਸਾਨੂੰ ਗੋਲੀਆਂ ਮਾਰੀਆਂ, ਕੇਸ ਕੀਤਾ। ਉਹਦੀ ਪੈਰਵੀ ਕਰ ਰਿਹਾ ਸੀ ਲਤੀਫ ਖੋਸਾ, ਵਕੀਲ ਸੀ। ਉਹ ਅਜੀਬੋ ਗਰੀਬੀ ਸੂਰਤ ਸਮਝ ਆਏ। ਲਤੀਫ ਖੋਸਾ ਨੇ ਕੋਈ ਇੱਕ ਵੀ ਗਵਾਹੀ ਨਹੀਂ ਕਰਵਾ ਸਕਿਆ, ਇੱਕ ਬੰਦਾ ਪੇਸ਼ ਨਹੀਂ ਕਰਵਾ ਸਕਿਆ। ਉਹਦੇ ਗਵਾਹਾਂ ਦੇ ਵਿੱਚ ਸ਼ਾਹਦ ਖਟਕ ਵਗੈਰਾ, ਮੀਨਾ ਖਾਨ ਅਫਰੀਦੀ, ਸੁਹੇਲ ਅਫਰੀਦੀ ਸਾਰੇ ਵਿੱਚ ਗਵਾਹ ਸਨ। ਨਾ ਕੋਈ ਗਵਾਹ ਪੇਸ਼ ਕਰਾ ਸਕੇ, ਨਾ ਕੋਈ ਕਰ ਸਕੇ। ਮੈਂ ਤੈਨੂੰ ਸਮਝਣਾ ਕਿ ਇਹਨਾਂ ਨੇ ਤੇ ਆਪਣਾ ਭਰਾਵਾਂ ਦਾ ਖੂਨ ਵੇਚ ਦਿੱਤਾ। ਇਹ ਤੇ ਕੀ ਕਹਿੰਦੇ ਹੋ? ਨਜ਼ਰ ਭਾਈ ਇਹ ਖੂਨ ਵੇਚਿਆ, ਇਸੇ ਵਜ੍ਹਾ ਤੋਂ ਲੋਕ ਇਹਨਾਂ ਤੋਂ ਪਿੱਛੇ ਹਟੇ ਨੇ। ਇਹ ਹੁਣ ਲੋਕਾਂ ਨੂੰ ਕਹਿੰਦੇ ਨੇ ਲੋਕ ਨੇ, ਉਹ ਲੋਕ ਤੁਹਾਡੇ ਮਗਰ ਕਿਉਂ ਨਿਕਲਣ? ਇੱਕ ਜ਼ਿੱਲੇ ਸ਼ਾਹ ਸੀ ਅਬ ਨਾਰਮਲ ਬੰਦਾ, ਜਿਹਨੂੰ ਸ਼ਹੀਦ ਕੀਤਾ ਸੀ ਨਾ ਪੁਲਿਸ ਨੇ ਤਸ਼ੱਦਦ ਕਰ ਕਰਕੇ। ਇਮਰਾਨ ਖਾਨ ਨੇ ਇਹਨਾਂ ਦੇ ਨੱਕ 'ਚ ਦਮ ਕੀਤਾ ਰੱਖਿਆ ਸੀ। ਜਦੋਂ ਕਾਲ ਹਰ ਰੋਜ਼ ਇਮਰਾਨ ਖਾਨ ਇਹਨਾਂ ਜ਼ਿੱਲੇ ਸ਼ਾਹ ਨੂੰ ਸ਼ਹੀਦ ਕੀਤਾ, ਸਾਡੇ ਇਸ ਵਰਕਰ ਨੂੰ ਸ਼ਹੀਦ ਕੀਤਾ, ਸਾਡੇ ਉਸ ਵਰਕਰ ਨੂੰ ਸ਼ਹੀਦ ਕੀਤਾ। ਉਹ ਆਪਣੇ ਸ਼ਹੀਦਾਂ ਨੂੰ ਇਹਨਾਂ ਉਹਨੀ ਕੋਈ ਨਹੀਂ ਕੀਤਾ। ਇਹਨਾਂ ਗੋਲੀਆਂ ਮਰਵਾ ਕੇ ਤੇ ਸੱਤੂ ਪੀ ਕੇ ਸੋ ਗਏ ਨੇ। ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਜਦੋਂ ਆਪਣਾ ਲਖਤੇ ਜਿਗਰ ਮਰਦਾ ਨਾ ਫੇਰ ਪਤਾ ਲੱਗਦਾ। ਉਹ ਲੀਡਰ ਸੀ ਕੌਮ ਦਾ, ਉਹਨੂੰ ਦਰਦ ਹੁੰਦਾ ਸੀ ਉਹਦਾ। ਜਦੋਂ ਇੱਕ ਵੀ ਬੰਦਾ ਸ਼ਹੀਦ ਹੋਇਆ ਸੀ ਨਾ ਜ਼ਿੱਲੇ ਸ਼ਾਹ, ਉਹਨੇ ਇਹਨਾਂ ਨੂੰ ਵਕਤ ਪਾ ਕੇ ਰੱਖ ਛੜਿਆ ਸੀ। ਹਰ ਪਲੇਟਫਾਰਮ ਤੇ ਕਹਿੰਦਾ ਸੀ ਇਹ ਮੇਰਾ ਬੰਦਾ ਸ਼ਹੀਦ ਕੀਤਾ। ਤੁਸੀਂ ਹੁੰਦੇ ਕੌਣ ਜੇ ਸ਼ਹੀਦ ਕਰਨ ਵਾਲੇ? ਉਹ ਇੰਡੀਆ ਦੇ ਵਿੱਚ ਵੇਖਦੇ ਨਹੀਂ ਉਹਨਾਂ ਦੇ ਜਿਹੜੇ ਲੀਡਰ ਨੇ। ਉਹ ਬੈਲਟ ਗਨ ਵੱਜੀ ਹੈ, ਸਿਰਫ ਸੋਟੀਆਂ ਵੱਜੀਆਂ ਨੇ। ਉਹਨੇ ਮੀਡੀਆ ਤੇ ਲਿਆ ਕੇ ਕੱਪੜੇ ਚੁੱਕ ਚੁੱਕ ਕੇ ਵਹਾਇਆ ਕਿ ਇਹ ਹੁੰਦੇ ਕੌਣ ਨੇ? ਇਹ ਹੁੰਦੇ ਕੌਣ ਨੇ? ਇੰਡੀਆ ਦੇ ਵਰਕਰਾਂ ਨੂੰ ਮਾਰਨ ਵਾਲੇ। ਇਹ ਹੁੰਦੀਆਂ ਇੱਥੇ ਗੋਲੀਆਂ ਵੱਜ ਗਈਆਂ, ਇੱਥੇ ਗੁਰਦੇ ਬਾਹਰ ਆ ਗਏ, ਇਹਨਾਂ ਦੇ ਲੱਕ ਛਲਨੀ ਹੋ ਗਏ, ਸਰਿਆਮ ਸਿਰਾਂ 'ਚ ਫੈਰ ਮਾਰੇ। ਇਹਨਾਂ ਨੇ ਚੂੰ ਤੱਕ ਨਹੀਂ ਕੀਤੀ। ਕਿਉਂ? ਕਿਉਂਕਿ ਇਹਨਾਂ ਦੇ ਹੈ ਹੀ ਨਹੀਂ ਸੀ। ਵਕੀਲ ਨੂੰ ਕੀ ਕੰਮ ਹੈ ਆਜ਼ਾਦੀ ਦੇ ਨਾਲ? ਮੈਨੂੰ ਜਵਾਬ ਦਿਓ। ਵਕੀਲ ਨੂੰ ਕੀ ਕੰਮ ਹੈ ਆਜ਼ਾਦੀ ਦੇ ਨਾਲ? ਉਹਨੂੰ ਕੰਮ ਹੈ ਕੇਸ ਲੜਨ ਦਾ। ਉਹਨੂੰ ਕੀ ਕੰਮ? ਵਕੀਲ ਕੀ ਜਾਣੇ ਕਿ ਆਜ਼ਾਦੀ ਕੀ ਹੁੰਦੀ ਹੈ, ਇਨਕਲਾਬ ਕੀ ਹੁੰਦਾ? ਵਕੀਲ ਤੇ ਜਾਵੇ ਜਾਣੇ ਕਿ ਕੇਸ। ਵਕੀਲ ਜਾਣੇ ਕਿ ਮੈਂ ਸਮਾਤ ਕਿਹੜੀ ਲੜਨੀ ਆ। ਇਮਰਾਨ ਖਾਨ ਦੀ ਆਇਨ ਦੇ ਮੁਤਾਬਕ ਜੇਲ੍ਹ ਦੇ ਵਿੱਚ ਦੱਸੋ ਹਾਂ। ਇਹਨਾਂ ਨੂੰ ਗੱਲ ਕਰੋ ਹਾਂ ਕਿ ਇਮਰਾਨ ਖਾਨ ਰਾਏ ਇਹ ਇਧਰ ਆਇਨ ਨਹੀਂ, ਇਹ ਤੁਸੀਂ ਆਇਨ ਦੇ ਮੁਤਾਬਕ ਚੱਲਣ ਦੇ ਜੇ। ਤੁਹਾਨੂੰ ਮੁਲਕ ਆਇਨ ਦੇ ਮੁਤਾਬਕ ਚਲਾਉਣ ਦਿਆ। ਆਸਮ ਨੀਰ ਆਇਨ ਦੇ ਮੁਤਾਬਕ ਆਇਆ। ਆ ਤੇਰੇ ਜੱਜ ਜਰਨੈਲ ਜਿੰਨੇ ਵੀ ਆਇਨ ਦੇ ਮੁਤਾਬਕ ਨੇ। ਹਾਂ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਬੜੀ ਇੰਪੋਰਟੈਂਟ ਹੈ। ਮੈਂ ਅਕਸਰ ਦੇਖਿਆ ਕਿ ਇਹ ਆਇਨ ਦੇ ਪਿੱਛੇ ਜਾ ਕੇ ਰੁਕ ਜਾਂਦੇ ਨੇ। ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਮੁਖਾਲਫ ਹੈ ਉਹਨੇ ਆਇਨ ਤੋੜ ਦਿੱਤਾ, ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਮੁਖਾਲਫ ਜਿਹਨੇ ਅਦਾਲਤ ਤਬਾਹ ਕਰ ਦਿੱਤੀਆਂ, ਤੁਹਾਨੂੰ ਪਤਾ ਤੁਹਾਡਾ ਮੁਖਾਲਫ ਜਿਹੜਾ ਉਹ ਫੌਜੀ ਬੂਟਾਂ ਦੇ ਨਾਲ ਪਾਰਲੀਮੈਂਟ ਦੇ ਅੰਦਰ ਵੜ ਗਿਆ, ਉੱਥੇ ਇਹ ਗੱਲਾਂ ਕਰਨੀਆਂ ਬਣਦੀਆਂ ਰਹਿੰਦੀਆਂ ਕਿ ਆਇਨ ਕੇ ਮੁਤਾਬਕ ਐਸੇ ਤੇ ਆਇਨ ਕੇ ਮੁਤਾਬਕ ਵੈਸੇ। ਕਿਹੜਾ ਆਇਨ ਇਸ ਮੁਲਕ 'ਚ ਸੁਣ ਲਓ ਇਸ ਟਾਈਮ? ਆਰਮੀ ਚੀਫ ਫੀਲਡ ਮਾਰਸ਼ਲ ਫਾਰਮ 47 ਰਿਟਾਇਰ ਹੋ ਗਿਆ, ਲੱਗਾ। ਇਸ ਮੁਲਕ ਦਾ ਵਜ਼ੀਰ ਆਜ਼ਮ ਫਾਰਮ 47 ਵੱਡੇ ਅਹੁਦੇ ਦੱਸਣ ਲੱਗਾ। ਇਸ ਮੁਲਕ ਦਾ ਜੱਜ ਯਾਹਿਆ ਖਾਨ ਪਾਕਿਸਤਾਨੀ ਆਵਾਮ ਦਾ ਵੋਟ ਚੋਰੀ ਕਰਕੇ 26ਵੀਂ ਆਇਨੀ ਤਰਮੀਮ 'ਚ ਬਣਨ ਵਾਲਾ ਚੀਫ ਜਸਟਿਸ ਯਾਹਿਆ ਅਫਰੀਦੀ 2 ਨੰਬਰ, ਦੂਸਰਾ ਅਮੀਨੁद्दीन ਖਾਨ 2 ਨੰਬਰ, ਫਾਰਮ 47 ਵਾਲੇ। ਇਸ ਮੁਲਕ ਦਾ ਹਰ ਮਾਫੀਆ IG 2 ਨੰਬਰ, ਇਸ ਮੁਲਕ ਦੇ ਵਿੱਚ ਜਰਨੈਲ 2 ਨੰਬਰ। ਇਸ ਮੁਲਕ ਦੇ ਵਿੱਚ ਇੱਕ ਵੀ ਅਹੁਦਾ ਮੈਰਿਟ ਤੇ ਨਹੀਂ ਇਸ ਟਾਈਮ ਹੈ। ਤੇ ਕਿਹੜੇ ਆਇਨ ਤੇ ਕਾਨੂੰਨ ਦੀ ਤੁਸੀਂ ਗੱਲਾਂ ਕਰਦੇ ਜੇ? ਇਮਰਾਨ ਖਾਨ ਦੀ ਪਿਛਲੇ 3 ਸਾਲ ਤੋਂ ਇੱਕ ਇਸ ਚੀਫ ਜਸਟਿਸ 'ਚ ਜੁਰਤ ਤੱਕ ਨਹੀਂ ਹੋ ਸਕੀ ਇਸ ਮੁਲਕ ਦੇ ਵਿੱਚ। ਚੀਫ ਜਸਟਿਸ ਜੋ ਆਪਣੀ ਅਦਾਲਤ ਦੇ ਵਿੱਚ ਇੱਕ ਬੰਦੇ ਨੂੰ ਬੁਲਾ ਸਕੇ, ਲੀਡਰ ਨੂੰ, ਕੌਮ ਦੇ ਨੂੰ। ਉਹਨੇ ਕੀ ਕਿਹੜੇ ਇਨਸਾਫ ਦੀ ਗੱਲ ਕਰਦੇ? ਕਿਹੜੇ ਆਇਨ ਤੇ ਕਾਨੂੰਨ ਦੀ ਮੁਤਾਬਕ ਦੀ ਗੱਲ ਕਰਦੇ? ਉਹ ਜਿਹੜਾ ਉਹਦੀ ਮੁਲਾਕਾਤ ਤੱਕ ਨਹੀਂ ਕਰਵਾ ਸਕਿਆ। ਮੁਲਕ ਦੇ ਚੀਫ ਜਸਟਿਸ ਦੀ ਮੈਂ ਗੱਲ ਕਰਨਾ। ਉਸ ਅਦਾਲਤਾਂ ਦੇ ਮਗਰ ਭੱਜ ਜਾਂਦੇ ਜੇ, ਉਸ ਕਾਨੂੰਨਾਂ ਦੇ ਮਗਰ ਭੱਜ ਜਾਂਦੇ ਜੇ। ਕਿਹੜੇ ਆਇਨ ਤੇ ਕਾਨੂੰਨ? ਇਸ ਮੁਲਕ 'ਚ ਆਇਨ ਤੇ ਕਾਨੂੰਨ ਦੇ ਮੁਤਾਬਕ ਕੰਮ ਕਿਹੜਾ ਹੋਣ ਦਿਆ? ਉਹ ਦੱਸੋ। ਇਹ ਭੱਜਦੇ ਨੇ ਜੀ ਹਮਾਰਾ ਆਇਨ ਇਹ ਨਹੀਂ कहता, ਹਮਾਰਾ ਆਇਨ ਇਲੈਕਸ਼ਨ ਚੋਰੀ ਕਰਨਾ ਕਹਿੰਦਾ ਸੀ, ਹਮਾਰਾ ਆਇਨ ਇਸ ਮੁਲਕ 'ਚ 4 ਮਾਰਸ਼ਲ ਲਾ ਲਾਣਾ ਕਹਿੰਦਾ ਸੀ, ਹਮਾਰਾ ਆਇਨ ਕਹਿੰਦਾ ਸੀ ਕਿ ਇਮਰਾਨ ਖਾਨ ਨੂੰ ਫੈਰ ਮਾਰੋ, ਹਮਾਰਾ ਆਇਨ ਕਹਿੰਦਾ ਸੀ। ਉਹ ਤੁਹਾਡੀ ਵਕੀਲੋ ਹਾਈ ਕੋਰਟ ਦੇ ਵਿੱਚੋਂ ਕੌਮ ਦੇ ਲੀਡਰ ਨੂੰ ਗਿਰਬਾਨ ਤੋਂ ਫੜਿਆ। ਸਾਡਾ ਦਿਲ ਫਟ ਗਿਆ, ਉੱਤੇ ਖੂਨ ਦੇ ਆਂਸੂ ਸਾਡੇ ਰੋਏ ਨੇ। ਤੁਹਾਡੇ ਮੂੰਹ 'ਚ ਚੂੰ ਤੱਕ ਨਹੀਂ ਨਿਕਲੀ, ਤੁਸੀਂ ਆਇਨ ਲਈ ਫਿਰਦੇ ਜੇ। ਤੁਹਾਡੇ ਆਇਨ ਤੇ ਉਹ ਕਹਿੰਦਾ ਨਹੀਂ ਡਿਕਟੇਟਰ ਨੇ ਪਿਸ਼ਾਬ ਕੀਤਾ ਤੁਹਾਡੇ ਆਇਨ ਤੇ। ਤੁਹਾਡੇ ਆਇਨ ਦੀ ਔਕਾਤ ਹੀ ਕੋਈ ਨਹੀਂ। ਤੁਹਾਡੇ ਆਇਨ ਨੂੰ ਮਿਨਿਸਟਰ ਫਿੰਗਰ ਉਂਗਲ ਵਹਾਂਦਾ ਸੀ ਮਿਡਲ। ਵੇਖ ਪਤਾ ਜੇ ਨਾ ਮੀਡੀਆ ਦੇ ਉੱਤੇ ਇਹਨਾਂ ਦਾ ਜਿਹੜਾ ਮਿਨਿਸਟਰ ਇਸ ਟਾਈਮ ਬਣਿਆ ਤੜ, ਉਹਨੇ ਐਸੇ ਆਇਨ ਨੂੰ ਉਂਗਲ ਵਿਖਾਈ ਸੀ ਨਾ ਕਿਤਾਬ ਫੜ ਕੇ। ਕਿਹੜੇ ਆਇਨ ਦੀ ਤੁਸੀਂ ਗੱਲ ਕਰਦੇ? ਆਇਨ ਜਦੋਂ ਟੁੱਟ ਜੇ ਨਾ ਫਿਰ ਆਇਨ ਦੇ ਫੈਸਲੇ ਰੋੜਾਂ ਤੇ ਹੁੰਦੇ ਨੇ। ਆਇਨ ਨੂੰ ਮਨਵਾਉਣ ਵਾਸਤੇ ਰੋੜਾਂ ਤੇ ਨਿਕਲਣਾ ਪੈਣਾ। ਆਇਨ ਨੂੰ ਮਨਵਾਉਣ ਵਾਸਤੇ ਹਕੀਕੀ ਆਜ਼ਾਦੀ ਇਹੀ ਤੇ ਚੀਜ਼ ਦਾ ਰੋਲ ਹੈ। ਉਹ ਇਹੀ 30 ਸਾਲਾਂ ਤੋਂ ਹੋ ਰਿਹਾ ਇਸ ਮੁਲਕ ਦੇ ਵਿੱਚ। ਇਨਸਾਫ ਜਿਹੜਾ ਅੱਲਾਹ ਪਾਕ ਨੇ ਬਾਰ-ਬਾਰ ਕਿਹਾ, ਅਦਲ ਤੇ ਇਨਸਾਫ। ਅੱਛਾ,
ਉਹ ਕਰ ਇੱਕ ਹੋਰ ਚੀਜ਼ ਆ, ਇੱਕ ਹੋਰ ਚੀਜ਼ ਤੇ ਜ਼ਰਾ ਗੱਲ ਕਰ ਲਈਏ। ਅਲੀਮਾ ਬੀਬੀ ਹੁਣ ਸੜਕਾਂ ਤੇ ਹੈ। ਅਲੀਮਾ ਬੀਬੀ ਦੀ ਰਿਹਾਇਸ਼ ਜੰਮ-ਪਲ ਸਾਰੀ ਲਾਹੌਰ ਦੀ ਹੈ। ਲਾਹੌਰ ਦਾ ਮਤਲਬ ਪੰਜਾਬ ਆ। ਜਿੱਥੇ ਜਿੱਥੇ KPK ਦੇ ਵਿੱਚ ਅਲੀਮਾ ਬੀਬੀ ਜਾ ਰਹੀ ਹੈ, ਖਾਨ ਸਾਹਿਬ ਦੀ ਭੈਣ ਜਾ ਰਹੀ ਹੈ, ਲੋਕੀ ਉਹਨਾਂ ਦੇ ਨਾਲ ਖਲੋ ਰਹੇ ਆ, ਔਰ ਇਹਨਾਂ ਦੀ ਹਕੂਮਤ ਦੇ ਵਿੱਚ ਜਿੰਨੇ ਅਹੁਦੇਦਾਰ ਬੈਠੇ, ਕੋਈ ਇੱਕ ਬੰਦਾ ਵੀ ਜਾ ਕੇ ਅਲੀਮਾ ਬੀਬੀ ਨੂੰ ਨਹੀਂ ਮਿਲਿਆ ਕਿ ਤੁਸੀਂ ਇੱਥੇ ਆਏ ਹੋ ਸਾਡੇ ਘਰ ਤੇ ਤੁਹਾਨੂੰ ਸਲਾਮ। ਦੋ ਸਵਾਲ, ਇੱਕ ਤੇ ਇਹ ਕਿ ਇੱਥੇ ਜਿਹੜੇ ਬੈਠੇ ਨੇ ਬੰਦੇ KPK ਦੇ, ਇਹਨਾਂ ਨੂੰ ਕਿਹੜੀ ਤਕਲੀਫ ਹੈ ਕਿ ਅਲੀਮਾ ਬੀਬੀ ਨੂੰ ਜਾ ਕੇ ਨਹੀਂ ਮਿਲੇ? ਜਾ ਕੇ ਸ਼ਾਮ ਨੂੰ ਮਿਲੋ, ਪ੍ਰੋਟੈਸਟ ਦੇ ਬਾਅਦ ਹੀ ਕੋਈ ਮਿਲ ਲਓ, ਕੋਈ ਫੋਟੋ ਤੁਹਾਡੀ ਆ ਜਾਏਗੀ, ਤੁਸੀਂ ਜਾ ਕੇ ਮਿਲਿਓ ਜੀ ਖੈਰ ਮਕਦਮ ਇਮਰਾਨ ਖਾਨ ਦੀ ਭੈਣ ਸਾਡੇ ਘਰ ਆਈ ਹੈ। ਇੱਕ ਤੇ ਦੂਸਰਾ ਹੈ ਕਿ ਪੰਜਾਬ ਤੋਂ ਉੱਠ ਕੇ ਜਾ ਕੇ ਉੱਥੇ ਜਾਣਾ, ਇਹਦਾ ਮਤਲਬ ਪੰਜਾਬ ਕੋ ਕੋਈ ਉਮੀਦ ਨਾ ਰੱਖੇ ਬੰਦਾ ਕਿ ਇੱਥੇ ਹੁਣ ਇਹਨਾਂ 'ਚ ਕੋਈ ਦਮਖਮ ਨਹੀਂ ਹੈ, ਜਾਂ ਇੱਥੇ ਜ਼ੁਲਮ ਬਹੁਤ ਜ਼ਿਆਦਾ ਹੈ, ਜਾਂ ਇੱਥੇ ਗੋਲੀਆਂ ਮਾਰਦੇ ਨੇ, ਜਾਂ ਕੀ ਹੈ। ਇਹ ਜਰਾ ਦੋ ਗੱਲਾਂ। ਪਹਿਲੇ ਤੇ ਮੈਂ ਪੰਜਾਬ ਦੀ ਗੱਲ ਕਲੀਅਰ ਕਰ ਦੇਣਾ। ਜਿਹੜੇ ਲੋਕ ਤਾਨਾ ਦਿੰਦੇ ਨੇ ਪੰਜਾਬੀ ਨਹੀਂ ਨਿਕਲਦੇ, ਪਖਤੂਨ ਨਿਕਲਦੇ ਨੇ, ਬਲੋਚਿਸਤਾਨ ਦੇ ਲੋਕ ਬਹਾਦਰ ਨੇ, ਸਿੰਧ ਦੇ ਲੋਕ ਬਹਾਦਰ ਨੇ, ਉਸ ਤੋਂ ਬਾਅਦ ਕਸ਼ਮੀਰ ਦੇ ਲੋਕ ਬਹਾਦਰ ਨੇ, ਫਿਰ ਬੰਗਲਾਦੇਸ਼ ਦੇ ਲੋਕ ਬਹਾਦਰ ਨੇ, ਇੰਡੀਆ ਦੇ ਲੋਕ ਬਹਾਦਰ ਨੇ, ਪਾਕਿਸਤਾਨ ਦੇ ਲੋਕ ਬਹਾਦਰ ਨੇ, ਪੰਜਾਬ ਦੇ ਲੋਕ ਨਹੀਂ ਬਹਾਦਰ। ਮੈਨੂੰ ਹੁਣ ਤੁਸੀਂ ਨਜ਼ਰ ਭਾਈ ਇਹ ਗੱਲਾਂ ਨੂੰ ਹਾਈਲਾਈਟ ਕਰਨਾ। ਇਮਰਾਨ ਖਾਨ ਜਦੋਂ ਬਾਹਰ ਸੀ, ਆਪਣੀ ਘੁੰਮਣ ਲੱਥਣ ਤੋਂ ਬਾਹਰ ਕਿੱਥੇ ਰਿਹਾ? ਪੰਜਾਬ 'ਚ, ਲਾਹੌਰ 'ਚ ਰਿਹਾ, ਖੈਬਰ ਪਖਤੂਨਖਵਾ 'ਚ ਤਾਂ ਨਹੀਂ ਗਿਆ, ਪੰਜਾਬ 'ਚ ਰਿਹਾ। ਜਿਹੜੀ ਪੇਸ਼ੀ ਤੇ ਜਾਂਦਾ ਸੀ ਉਹਦੇ ਮਗਰ ਜਿਹੜੇ ਲੋਕ ਸੀ ਉਹ ਬਲੋਚੀ ਸੀ, ਸਿੰਧੀ ਸੀ, ਪਠਾਨ ਸੀ, ਕਸ਼ਮੀਰੀ ਸੀ, ਜਾਂ ਇੰਡੀਅਨ ਸੀ, ਤੇ ਜਾਂ ਬੰਗਲਾਦੇਸ਼ੀ, ਇੱਕ ਪੰਜਾਬੀ ਸੀ। ਪੰਜਾਬੀ ਨਿਕਲਦੇ ਸੀ। 9 ਮਈ ਨੂੰ ਖਾਨ ਨੂੰ ਫੈਰ ਵੱਜੇ ਜਿਸ ਦਿਨ, ਉਹ ਜਦੋਂ ਸੋਰੀ ਗਿਰੇਬਾਨ ਫੜਿਆ 9 ਮਈ ਵਾਲੇ ਦਿਨ, ਕਿਹੜਾ ਪੂਰਾ ਮਤਲਬ ਪੰਜਾਬ ਨਹੀਂ ਨਿਕਲਿਆ? 5 ਮਈ ਨੂੰ ਜਦੋਂ ਪਹਿਲਾ ਕ੍ਰੈਕਡਾਊਨ ਹੋਇਆ, 3900 ਘਰਾਂ ਦੇ ਵਿੱਚ ਰੇਡ ਵੱਜੀ, ਉਹ ਪੰਜਾਬ 'ਚ ਨਹੀਂ ਵੱਜੀ। ਜਦੋਂ ਇਮਰਾਨ ਖਾਨ ਨੂੰ ਫੈਰ ਵੱਜੇ ਨੇ, ਜਾਂ ਜਿਹੜਾ ਉਹ ਲੌਂਗ ਮਾਰਚ ਲੈ ਕੇ ਜਾਂਦਾ ਸੀ, ਕਿਆ ਤੁਹਾਨੂੰ ਪੰਜਾਬ 'ਚ ਆਵਾਮ ਨਿਕਲਦੀ ਨਜ਼ਰ ਨਹੀਂ ਸੀ ਆਂਦੀ ਸੀ? ਵਜ੍ਹਾ ਕੀ ਆ? ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਸਾਡਾ ਲੀਡਰ ਭੱਜਣ ਵਾਲਿਆਂ 'ਚੋਂ ਨਹੀਂ। ਇਹਨਾਂ ਨੇ ਲੀਡਰ ਨੂੰ ਅਗਵਾ ਕੀਤਾ, ਉਹਨਾਂ ਨੇ ਸ਼ਾਮ ਤੋਂ ਪਹਿਲੇ ਡੰਡਾ ਦੇ ਕੇ ਪੰਜਾਬੀਆਂ ਨੇ ਬਾਹਰ ਕਢਵਾਇਆ ਸੀ ਨਾ। ਮੈਂ ਐਜ਼ ਏ ਕੌਮ ਦੀ ਗੱਲ ਨਹੀਂ ਕਰਨ ਦਿਆ, ਐਜ਼ ਏ ਜਿਗਰ ਦੀ ਗੱਲ ਕਰਨ ਹੈ, ਐਜ਼ ਏ ਇਨਸਾਨੀਅਤ ਦੀ ਗੱਲ ਕਰਨ ਹੈ, ਕਿ ਜਿਹੜੇ ਲੋਕਾਂ ਨੂੰ ਤਾਨਾ ਦਿੰਦੇ ਨੇ ਹਰ ਕੌਮ ਬਹਾਦਰ ਹੈ, ਹਰ ਸ਼ਖਸ ਬਹਾਦਰ ਹੈ, ਹਰ ਸ਼ਖਸ ਹਰ ਕੌਮ 'ਚ ਅੱਛਾ ਹੈ, ਹਰ ਕੌਮ 'ਚ ਬੁਰਾ ਹੈ। ਪੰਜਾਬੀਆਂ ਦੇ ਵਿੱਚ ਵੀ ਅੱਛੇ ਨੇ, ਬੁਰੇ ਨੇ। ਇਮਰਾਨ ਖਾਨ ਪੰਜਾਬ 'ਚ ਪੈਦਾ ਹੋਇਆ ਹੈ, ਲੀਮਾ ਖਾਨ ਪੰਜਾਬ 'ਚ, ਉਜ਼ਮਾ ਖਾਨ ਪੰਜਾਬ 'ਚ, ਇਮਰਾਨ ਰਿਆਜ਼ ਪੰਜਾਬ 'ਚ, ਡਾਕਟਰ ਯਾਸਮੀਨ ਰਾਸ਼ਦ ਪੰਜਾਬ 'ਚ, ਸਨਮ ਜਵੇਦ ਪੰਜਾਬ 'ਚ, ਆਲੀਆ ਹਮਜ਼ਾ ਪੰਜਾਬ 'ਚ, ਉਸ ਤੋਂ ਬਾਅਦ ਉਮਰ ਸਰਫਰਾਜ਼ ਚੀਮਾ ਪੰਜਾਬ 'ਚ। ਜਿਹੜੇ ਇਸ ਟਾਈਮ ਜੇਲਾਂ ਦੇ ਵਿੱਚ ਨੇ, ਜਿਨ੍ਹਾਂ ਨੇ ਜ਼ੁਲਮ ਸਹੇ ਨੇ, ਸ਼ਹੀਦ ਹੋਏ ਨੇ 9 ਮਈ 'ਚ, ਕਿੰਨਾ ਜ਼ੁਲਮ, ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਖੜੇ ਨੇ। ਤੇ ਜਿੰਨਾ ਮੁਲਕ ਤੋੜਿਆ ਸੀ ਉਹ ਪਠਾਨ ਸੀ। ਡਿਕਟੇਟਰ ਉਹਦਾ ਨਾਮ ਪਠਾਨ ਸੀ, ਯਾਹਿਆ ਖਾਨ। ਜਿਹੜਾ ਇਸ ਟਾਈਮ ਚੀਫ ਜਸਟਿਸ ਹੈ ਉਹ ਵੀ ਪਠਾਨ ਹੈ। ਇਸ ਟਾਈਮ ਜਿਹੜਾ ਚੀਫ ਜਸਟਿਸ ਹੈ ਉਹ ਵੀ ਪਠਾਨ ਹੈ। ਜਿਹੜਾ ਪਿਛਲਾ ਚੀਫ ਜਸਟਿਸ ਸੀ ਬਲੋਚੀ ਸੀ। ਉਹ ਜਿਹੜਾ ਬਲੋਚਿਸਤਾਨ 'ਚ ਜ਼ੁਲਮ ਹੋਉਂਦਿਆ, ਉਹ ਵੀ ਬਲੋਚੀ ਜ਼ੁਲਮ ਕਰਾਂਦੇ ਨੇ। ਜਿਹੜਾ ਉੱਥੇ ਭੁਗਤੀ ਬਣਿਆ ਪਿਆ ਇਸ ਟਾਈਮ, ਉਹ ਵੀ ਬਲੋਚੀ ਹੈ। ਮਾਰੰਗ ਬਲੋਚ ਵੀ ਬਲੋਚੀ ਹੈ। ਇੱਕ ਪਾਸੇ ਬਲੋਚੀ ਮਜ਼ਾਮਤ ਕਰਨ ਨੇ, ਇੱਕ ਪਾਸੇ ਬਲੋਚੀ ਬੂਟ ਦੇ ਥੱਲੇ ਪਏ ਨੇ। ਇੱਕ ਪਾਸੇ ਪਠਾਨ ਮਜ਼ਾਮਤ ਕਰਨ ਦੇ ਨੇ, ਇੱਕ ਪਾਸੇ ਪਠਾਨ ਬੂਟ ਦੇ ਥੱਲੇ ਲਮਕਿਆ ਵਜ਼ੀਰ ਆਜ਼ਮ। ਇੱਕ ਪਾਸੇ ਕੌਮ, ਇੱਕ ਪਾਸੇ ਪਠਾਨਾਂ ਦੀ, ਪਖਤੂਨਾਂ ਦੀ ਗੈਰਤਮੰਦ ਕੌਮ ਖੜੀ ਆ, ਤੇ ਉਹਨਾਂ ਦਾ ਹੀ ਵਜ਼ੀਰ ਆਲਾ ਸ਼ਾਹਦ, ਜਿਹੜਾ ਖਟਕ ਸੀ ਪਹਿਲਾ ਵਜ਼ੀਰ ਆਲਾ, ਭੱਜਿਆ ਖਾਨ ਨੂੰ ਛੱਡ ਕੇ। ਪਠਾਨ ਸੀ ਨਾ। ਮਹਿਮੂਦ ਖਾਨ ਭੱਜਿਆ ਖਾਨ ਨੂੰ ਛੱਡ ਕੇ, ਪਠਾਨ ਸੀ ਨਾ। ਗੰਡਾਪੁਰ ਭੱਜਿਆ ਨਾ ਵਾਮ ਛੱਡ ਕੇ, 26 ਨਵੰਬਰ ਨੂੰ ਵਾਮ ਛੱਡ ਕੇ ਭੱਜਿਆ ਨਾ, ਪਠਾਨ ਸੀ। ਖੜੇ ਨੇ ਨਾ ਪਠਾਨ, ਜਿਹੜੀ ਕੌਮ ਹੈ। ਇਸ ਗੱਲੋਂ ਪਠਾਨ ਇੰਜ ਪਠਾਨ, ਉਹ ਭਾਜੀ ਪੰਜਾਬੀ, ਬਲੋਚੀ, ਸਿੰਧੀ ਪਠਾਨ ਨਹੀਂ, ਇੱਕ ਕੌਮ ਹੈ। ਜਿਸ ਬੰਦੇ ਦੇ ਦਿਲ 'ਚ ਇਨਸਾਨੀਅਤ ਹੈ, ਗੈਰਤ ਹੈ, ਜਿਸ ਬੰਦੇ ਦੇ ਦਿਲ 'ਚ ਇਨਸਾਨੀਅਤ ਹੈ, ਗੈਰਤ ਹੈ, ਜਿਹਨੇ ਲਾ ਇਲਾਹਾ ਇल्लल्लाह ਨੂੰ ਦਿਲੋਂ ਪੜ ਲਿਆ, ਉਹ ਨਾ ਪੰਜਾਬੀ ਹੈ, ਨਾ ਸਿੰਧੀ ਹੈ, ਨਾ ਬਲੋਚੀ ਹੈ, ਨਾ ਪਖਤੂਨ ਹੈ। ਉਹ ਇੱਕ ਇਨਸਾਨ ਹੈ, ਉਹ ਮੁਸਲਮਾਨ ਹੈ। ਉਹਦੇ ਵਾਸਤੇ ਖੌਫ ਖਤਮ ਹੋ ਗਿਆ। ਕੌਮਾਂ ਦਾ ਮਸਲਾ ਤਾਂ ਰਿਹਾ ਹੀ ਨਹੀਂ। ਉਹ ਇੱਥੇ ਮੈਂ ਬੜੇ ਪੰਜਾਬੀ ਭੱਜਦੇ ਵੇਖੇ ਨੇ, ਤੇ ਬੜੇ ਪੰਜਾਬੀ ਖੜਦੇ ਵੀ ਵੇਖੇ ਨੇ। ਬੜੇ ਪਠਾਨ ਭੱਜਦੇ ਵੀ ਵੇਖੇ ਨੇ, ਤੇ ਬੜੇ ਪਠਾਨ ਖੜਦੇ ਵੀ ਵੇਖੇ ਨੇ। ਬਲੋਚੀ ਭੱਜਦੇ ਵੀ ਵੇਖੇ ਨੇ, ਬਲੋਚੀ ਸਟੈਂਡ ਲੈਂਦੇ ਵੀ ਵੇਖੇ ਨੇ। ਮਸਲਾ ਹੈ ਵਾ ਕਿ ਪੰਜਾਬ ਦੇ ਵਿੱਚ ਇਸ ਸ਼ਿੱਦਤ ਨਾਲ ਜ਼ੁਲਮ ਕੀਤਾ ਗਿਆ, ਜਿਹੜਾ ਇੰਨੀ ਪੀਕ ਤੇ ਜਾ ਕੇ ਕਿਸੇ ਕੌਮ ਤੇ ਨਹੀਂ ਹੋਇਆ। ਕਿ ਉਹਨਾਂ ਨੂੰ ਪਤਾ ਸੀ ਇਹ ਉਹ ਚੀਜ਼ ਰਹਿ ਗਈ ਆਖਰੀ, ਅਗਰ ਇਹ ਵੀ ਖੜੀ ਹੋ ਗਈ ਨਾ, ਇਹਨੂੰ ਕੁਚਲਿਆ ਨਾ ਗਿਆ। ਇਹਨਾਂ ਦੇ ਸਪੈਸ਼ਲ ਅਲਫਾਜ਼ ਸੀ। ਇਹਨਾਂ 1857 ਦੀ ਜੰਗੇ ਆਜ਼ਾਦੀ ਨਹੀਂ, ਜਿਹੜੀ 1857 ਜਿਹੜੀ ਜੰਗੇ ਆਜ਼ਾਦੀ ਹੋਈ ਆ, ਉਹ ਇਹਨਾਂ ਜਰਨੈਲਾਂ ਨੇ ਜ਼ਿਹਨ 'ਚ ਰੱਖ ਕੇ ਗੱਲ ਇਸ ਕੌਮ ਨਾਲ ਕੀਤੀ ਹੈ, ਖਾਸ ਤੌਰ ਕੇ ਪੰਜਾਬ ਨਾਲ, ਕਿ ਜੇ ਇਹਨਾਂ ਨੂੰ ਕੁਚਲਿਆ ਨਾ ਗਿਆ, ਇਹ ਮੁੜ ਕੇ ਫਿਰ ਸਾਡੇ ਹੱਥੀ ਨਹੀਂ ਆਣੇ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਿੰਨਾ ਜ਼ੁਲਮ ਪੰਜਾਬ ਤੇ ਹੋਇਆ, ਜਿੰਨਾ ਜ਼ੁਲਮ ਪਿਛਲੇ 13 ਸਾਲ ਤੋਂ ਹਕੂਮਤ ਹੈ ਖੈਬਰ ਪਖਤੂਨਖਵਾ 'ਚ PTI ਦੀ, ਕਿੰਨੇ ਪਿਛਲੇ 13 ਸਾਲਾਂ ਤੋਂ ਹਾਂਜੀ, ਪੰਜਾਬ 'ਚ ਸਿਰਫ 2 ਸਾਲ ਹਕੂਮਤ ਆਈ ਹੈ PTI ਦੀ, ਉਹ ਵੀ ਉਸ ਹਿਸਾਬ ਦੀ ਨਹੀਂ ਆਈ। ਸਿਰਫ
2 ਸਾਲ ਘੁੰਮਤ ਆਈ ਆ ਪੀਟੀਆਈ ਦੀ ਪੰਜਾਬ ਦੇ ਵਿੱਚ। ਕਿਆ ਵਕਤ ਨਹੀਂ ਪਾ ਛੜਿਆ 2 ਸਾਲਾਂ 'ਚ? ਪੂਰਾ ਪੰਜਾਬ ਕਲੀਨ ਸਵੀਪ ਨਹੀਂ ਕੀਤਾ। ਪਹਿਲੀ ਤਾਂ ਗੱਲ ਹੈ ਪੰਜਾਬੀਆਂ ਨੂੰ ਮਜ਼ਾਮਤ ਦਾ ਪਤਾ ਹੀ ਨਹੀਂ ਸੀ ਮਜ਼ਾਮਤ ਹੁੰਦੀ ਕੀ ਹੈ। ਅੱਜ ਵੀ 90% ਰੱਬ ਦੀ ਕਸਮ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਸਾਡੇ ਆਇਨੀ ਹਕੂਕ ਕੀ ਨੇ, ਅਸੀਂ ਖੜਾ ਕਿਵੇਂ ਹੋਣਾ, ਅਸੀਂ ਇhtਜਾਜ ਕਿਵੇਂ ਕਰਨਾ, ਅਸੀਂ ਮਜ਼ਾਮਤ ਕਿਵੇਂ ਕਰਨਾ, ਕਿਉਂਕਿ ਆ ਸੂਬਾ ਹੀ ਇਸ ਤਰੀਕੇ ਨਾਲ ਡਿਜ਼ਾਈਨ ਹੋਇਆ ਸੀ ਕਿ ਇੱਥੇ ਮਜ਼ਾਮਤ ਦਾ ਕਿਸੇ ਨੂੰ ਪਤਾ ਹੀ ਕੋਈ ਨਹੀਂ। ਖੈਬਰ ਪਖਤੂਨਖਵਾ ਹਜ਼ਾਰਾਂ ਸਾਲਾਂ ਤੋਂ ਮਜ਼ਾਮਤ ਦਾ ਪਤਾ, ਬਲੋਚਿਸਤਾਨ ਹਜ਼ਾਰਾਂ ਸਾਲਾਂ ਤੋਂ ਪਤਾ ਮਜ਼ਾਮਤ ਦਾ। ਉਸ ਤੋਂ ਬਾਅਦ ਜਿੰਨੇ ਸਾਰੇ ਸਾਨੂੰ ਪਤਾ ਹੀ ਕੋਈ ਨਹੀਂ। ਤੇ ਜੇ ਇਹ ਕਿਸੇ ਇੱਕ ਕੌਮ ਨੂੰ ਟਾਰਗੇਟ ਕੀਤਾ ਜਾਏ ਜੀ ਉਹ ਨਹੀਂ ਨਿਕਲਦੇ, ਉਹ ਨਹੀਂ ਨਿਕਲਦੇ, ਉਹ ਵੀਰੋ ਸਾਰੇ ਮੁਲਕ ਦਾ ਲੀਡਰ ਇਮਰਾਨ ਖਾਨ। ਸਾਰੇ ਮੁਲਕ ਤੇ ਜ਼ੁਲਮ ਹੋਉਂਦਿਆ। ਜੇ ਬਲੋਚਿਸਤਾਨ 'ਚ ਜ਼ੁਲਮ ਹੋਉਂਦਿਆ ਤੇ ਪੰਜਾਬੀ ਦਾ ਦਿਲ ਫਟਣਾ ਚਾਹੀਦਾ। ਜੇ ਪੰਜਾਬ 'ਚ ਜ਼ੁਲਮ ਹੋਉਂਦਿਆ ਖੈਬਰ ਪਖਤੂਨਖਵਾ ਦਾ ਦਿਲ ਫਟਣਾ ਚਾਹੀਦਾ। ਜੇ ਖੈਬਰ ਪਖਤੂਨਖਵਾ ਵਾਦੀ ਤੀਰਾ 'ਚ ਬੱਚੇ ਸ਼ਹੀਦ ਹੁੰਦੇ ਨੇ, ਸਿੰਧੀ ਦਾ ਦਿਲ ਫਟਣਾ ਚਾਹੀਦਾ। ਉਹ ਇਹ ਤੇ ਇੱਕ ਕਬੀਲੇ ਨੇ, ਇਹ ਤੇ ਇੱਕ ਪਹਿਚਾਨ ਹੈ, ਲੇਕਿਨ ਅਸੀਂ ਹੈ ਤੇ ਇਨਸਾਨ ਆ, ਉਹ ਹੈ ਤੇ ਮੁਸਲਮਾਨ ਆ, ਹੈ ਤੇ ਪਾਕਿਸਤਾਨੀ ਆ, ਹੈ ਤੇ ਭਰਾਵਾਂ ਨਾ। ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਹੈ ਮੋਮਨ ਇੱਕ ਜਿਸਮ ਦੀ ਮਾਨੰਦ ਹੈ, ਕੰਡਾ ਪੈਰ ਤੇ ਚੁੱਭੇਗਾ ਤੇ ਪੂਰੇ ਜਿਸਮ ਨੂੰ ਦਰਦ ਹੋਏਗੀ। ਇਹ ਕਿਵੇਂ ਹੋ ਸਕਦਾ ਜੀ? ਜੇ ਅਸੀਂ ਪੰਜਾਬੀਆਂ ਨੂੰ ਤਾਨੇ ਮਾਰੀਏ, ਅਸੀਂ ਬਲੋਚੀਆਂ ਨੂੰ ਤਾਨੇ ਮਾਰੀਏ, ਸਿੰਧੀਆਂ ਨੂੰ ਤਾਨੇ ਮਾਰੀਏ, ਉਹ ਨਹੀਂ ਨਿਕਲਦਾ, ਉਹ ਨਹੀਂ ਨਿਕਲਦਾ। ਉਹ ਵੀਰੋ ਜਿਨ੍ਹਾਂ ਵਾਸਤੇ ਆਸਾਨੀ ਹੈ ਇਕੱਠੇ ਨਿਕਲੋ, ਹਰ ਕੋਈ ਨਿਕਲੇ, ਭਾਵੇਂ ਪੰਜਾਬੀ ਹੈ, ਸਿੰਧੀ ਹੈ, ਬਲੋਚੀ, ਆਪਣੇ ਮੁਲਕ ਨੂੰ ਓਨ ਕਰੋ, ਆਪਣੇ ਲੋਕਾਂ ਨੂੰ ਓਨ ਕਰੋ, ਇਨਸਾਨਾਂ ਨੂੰ ਓਨ ਕਰੋ। ਅੱਛਾ ਵਕਰ ਇਹ ਜਿਹੜਾ ਕਸ਼ਮੀਰ ਵਾਲੇ ਪਾਸੇ ਹੈ, ਜਰਾ ਕਸ਼ਮੀਰ 'ਚ ਮੈਂ ਦੇਖ ਰਿਹਾ ਕਿ ਕੁਛ ਨਾ ਫੋਟੋਆਂ ਆਉਂਦੀਆਂ ਪਈਆਂ, ਕੁਛ ਵੀਡੀਓ ਐਸੀਆਂ ਆਉਂਦੀਆਂ ਵੀ ਜੀ ਕਿ ਨਵਾਜ਼ ਸ਼ਰੀਫ ਖੜਾ ਤੇ ਬੜਾ ਜਲਸਾ ਸੁਣਨ 'ਚ ਆ ਰਿਹਾ ਕਿ ਜਿਵੇਂ ਪੰਜਾਬ ਤੋਂ, ਸਿਆਲਕੋਟ ਤੋਂ, ਗੁਜਰਾਂਵਾਲਿਓਂ, ਫੈਸਲਾਬਾਦੋਂ ਵੀ ਕੁਛ ਬੱਸਾਂ ਗਈਆਂ ਨੇ ਉੱਥੇ ਜਾ ਕੇ ਜਲਸੇ ਕਰਨ। ਪਰ ਇਹ ਹੁਣ ਕਿਸ ਤਰ੍ਹਾਂ ਦੇਖਦੇ ਹੋ? ਕਿ ਹੁਣ ਮੈਂ ਇੱਕ ਹੋਰ ਵੀਡੀਓ ਦੇਖੀ ਜੀ ਕਿ ਜਲਸੇ ਦੇ ਸਾਰੇ ਬੈਨਰ ਬੂਨਰ ਲੋਕਾਂ ਨੇ ਕਸ਼ਮੀਰ ਨੇ ਪਾੜ ਪੂੜ ਕੇ ਸਿੱਟਦੇ। ਇਹ ਕਸ਼ਮੀਰ 'ਚ ਕੀ ਰੰਗਬਾਜ਼ੀ ਸ਼ੁਰੂ ਕੀਤੀ ਹੈ? ਕਸ਼ਮੀਰ ਕਿੱਥੇ ਜਾਏਗਾ? ਮੈਂ ਇਸ ਵਾਸਤੇ ਪੁੱਛ ਰਿਹਾ ਕਿ ਤੇਰਾ ਇੰਟਰੈਕਸ਼ਨ ਰਿਹਾ ਇਹਨਾਂ ਮਾਮਲਾਤ ਦੇ ਵਿੱਚ, ਕਸ਼ਮੀਰ ਦੀ ਜੰਗ ਆਜ਼ਾਦੀ, ਇਹ ਉਹ ਲੜਨ ਪੜਨ, ਉਸ ਹਿਸਾਬ ਨਾਲ ਕਸ਼ਮੀਰ ਕਿੱਥੇ ਲੈ ਕੇ ਚੱਲੇ ਕਸ਼ਮੀਰ ਨੂੰ? ਕਸ਼ਮੀਰੀ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਸਾਨੂੰ ਕੋਈ ਜੁੱਤੀਆਂ ਮਾਰੇਗਾ ਆ ਕੇ ਪੰਜਾਬ ਫੌਜੀ ਜਾਂ ਐਸਟੈਬਲਿਸ਼ਮੈਂਟ ਸਾਡੇ ਖਿਲਾਫ ਵੀ ਹੋ ਜਾਏਗੀ। ਇੱਥੇ ਮੈਨੂੰ ਕਸ਼ਮੀਰੀ ਨੇ ਕਿਹਾ, ਕਹਿੰਦਾ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਵੀ ਇਸ ਤਰ੍ਹਾਂ ਇਹ ਕਰਨਗੇ। ਇਹ ਹੁਣ ਕਸ਼ਮੀਰ ਦੀ ਕੀ ਸੂਰਤ ਹਾਲ ਹੈ? ਇੱਕ ਪਾਸੇ ਇਲੈਕਸ਼ਨ ਕਰਾ ਰਹੇ ਤੇ ਇੱਕ ਪਾਸੇ ਮਰੀਮ ਖੜੀ ਹੈ, ਨਵਾਜ਼ ਸ਼ਰੀਫ ਖੜਾ ਹੈ। ਮੈਂ ਕਿਹਾ ਜਦੋਂ ਨਜ਼ਰ ਭਾਈ ਪਿਛਲੀ ਵਾਰੀ ਇਹਨਾਂ ਨੇ ਇhtਜਾਜ ਕੈਂਸਲ ਕੀਤਾ ਸੀ ਨਾ, ਕਿਉਂਕਿ ਜਰਨੈਲਾਂ ਦੀ ਹਿਸਟਰੀ 78 ਸਾਲਾਂ ਤੋਂ ਇਹਨਾਂ ਨੇ ਸਿੱਖਿਆ ਹੀ ਹੈ ਵਾ ਕਿ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ। ਇਹਨਾਂ ਲੜਨਾ ਨਹੀਂ ਸਿੱਖਿਆ, ਇਹਨਾਂ ਨੇ ਲੜਨਾ ਨਹੀਂ ਸਿੱਖਿਆ। ਇਹਨਾਂ ਨੂੰ ਕਤਲ ਨਹੀਂ ਪਤਾ ਕਿ ਪਾਕਿਸਤਾਨ ਦੀ ਹਿਫਾਜ਼ਤ ਕਿਵੇਂ ਕਰਨੀ ਹੈ, ਇਹਨਾਂ ਨੂੰ ਕਤਲ ਨਹੀਂ ਪਤਾ ਕਿ ਬਾਰਡਰਾਂ ਤੇ ਕਿਵੇਂ ਹਿਫਾਜ਼ਤ ਕਰਨੀ, ਇਹਨਾਂ ਨੂੰ ਕਤਲ ਨਹੀਂ ਪਤਾ, ਕੋਈ ਪਲੈਨਿੰਗ ਨਹੀਂ ਕਿ ਜੰਗ ਹੋ ਜੇ ਲੜਨੀ ਕਿਵੇਂ। ਹਾਂ ਇਹਨਾਂ ਨੂੰ ਇਹ ਪਲੈਨਿੰਗ ਪੂਰੀ ਹੈ, ਇਲੈਕਸ਼ਨ ਲੁੱਟਣਾ ਕਿਵੇਂ, ਇhtਜਾਜ ਕੰਟਰੋਲ ਕਿਵੇਂ ਕਰਨੇ ਨੇ, ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ, ਇੱਥੇ ਨਫ਼ਰਤ ਕਿਵੇਂ ਫੈਲਾਣੀ ਹੈ, ਡਿਵਾਈਡ ਐਂਡ ਰੂਲ ਕਿਵੇਂ ਕਰਨਾ। ਕਿਉਂਕਿ ਇਹ ਈਸਟ ਇੰਡੀਅਨ ਕੰਪਨੀ ਹੈ, ਈਸਟ ਇੰਡੀਅਨ ਕੰਪਨੀ ਹੈ ਜਿਹੜੀ ਚਾਬੀ ਇਹਨਾਂ ਦੇ ਹੱਥ ਦੇ ਗਈ ਆ। ਇਹਨਾਂ ਨੇ 1857 ਤੋਂ ਲੈ ਕੇ 1947 ਤੱਕ ਇਹਨਾਂ ਦੇ ਵੱਡਿਆਂ ਨੇ ਸਿੱਖਿਆ ਹੀ ਐ ਸੀ ਕਿ ਇਸ ਕੌਮ ਨੂੰ ਕਿਵੇਂ ਜਰਗਮਾਲ ਬਣਾ ਕੇ ਰੱਖਣਾ, ਇਹਨਾਂ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ। ਅੰਗਰੇਜ਼ਾਂ ਨੇ ਕਿਸੇ ਬਾਹਰ 'ਚ ਜੰਗ ਤਾਂ ਨਹੀਂ ਲੜੀ। 1857 ਤੋਂ ਲੈ ਕੇ 1947 ਤੱਕ ਉਹਨਾਂ ਕਿਸੇ ਨਾਲ ਜੰਗ ਤੇ ਨਹੀਂ ਲੜੀ। ਉਹਨਾਂ ਨੇ ਇਸ ਕੌਮ ਨੂੰ ਜਰਗਮਾਲ ਬਣਾਇਆ ਨਾ। ਸਿਰਫ 4000 ਗੋਰਾ ਸੀ ਇੱਥੇ, 4 ਕਰੋੜ ਤੇ ਹੁਕੂਮਤ ਕਰ ਰਿਹਾ ਸੀ। ਵਜ੍ਹਾ ਕੀ? ਉਹ ਇਹਨਾਂ ਨੂੰ ਖੜਾ ਕੀਤਾ ਸੀ ਨਾ, ਉਹਨੇ ਇਹੀ ਚੀਜ਼ ਸਿੱਖੀ, ਅੱਗੋਂ ਇਹਨਾਂ ਨੂੰ ਸਿਖਾ ਕੇ ਗਏ। ਇਹ 78 ਸਾਲਾਂ ਤੋਂ ਇਹੀ ਚੀਜ਼ ਇੰਪਲੀਮੈਂਟ ਕਰਨ ਦੇ ਨੇ। ਇਹਨਾਂ ਨੂੰ ਜਿੰਨਾ ਤਜਰਬਾ ਇਸ ਕੌਮ ਨੂੰ ਜਰਗਮਾਲ ਬਣਾਉਣ ਦਾ, ਇਹ ਇਲੈਕਸ਼ਨ ਲੁੱਟਣ ਦਾ, ਕਾਬਜ਼ ਹੋਣ ਦਾ, ਹਕੂਮਤ ਕਰਨ ਦਾ, ਕਿਵੇਂ ਮੁਲਕ ਨੂੰ ਖਰਾਬ ਕਰਨਾ, ਕਿਵੇਂ ਖਾਣਾ, ਇਹਨਾਂ ਨੂੰ ਰੱਤੀ ਬਰਾਬਰ ਕਿਸੇ ਸ਼ਹਿ ਦਾ ਨਹੀਂ ਪਤਾ ਕਿ ਬਾਰਡਰ ਕਿਵੇਂ ਕੰਟਰੋਲ ਕਰਨੇ ਨੇ, ਜੰਗਾਂ ਕਿਵੇਂ ਲੜਨੀਆਂ ਨੇ, ਸਮਗਲਿੰਗ ਕਿਵੇਂ ਬੰਦ ਕਰਨੀ ਹੈ। ਕਿਉਂਕਿ ਹਰ ਚੀਜ਼ ਦੇ ਪਿੱਛੇ ਹੈ। ਇਹ 2019 ਦੇ ਵਿੱਚ ਜਰਨੈਲ ਜਦੋਂ ਸੌਦਾ ਕਰਕੇ ਆਏ ਕਸ਼ਮੀਰ ਦਾ, ਉਸ ਤੋਂ ਪਹਿਲੇ ਚੂਰਨ ਨਹੀਂ ਵੇਚਦੇ ਰਹੇ। ਕਸ਼ਮੀਰ ਸਾਡੀ ਸ਼ਹਿਰ ਹੈਗੇ। ਉਸ ਤੋਂ ਪਹਿਲੇ ਇਹ ਜਿਹੜੀਆਂ ਤਨਜ਼ੀਮਾਂ ਜਹਾਦੀ ਖੜੀਆਂ ਕੀਤੀਆਂ ਸੀ, ਇਹ ਕਿਸ ਮਕਸਦ ਵਾਸਤੇ ਖੜੀਆਂ ਕੀਤੀਆਂ ਸੀ? ਕਸ਼ਮੀਰ ਦੀ ਆਜ਼ਾਦੀ ਵਾਸਤੇ ਨਾ। ਇਹਨਾਂ ਨੂੰ ਕੌਣ ਬਾਰਡਰਾਂ ਤੱਕ ਜਾਣ ਦਿੰਦਾ ਹੈ? ਰਸਾਈ ਕੌਣ ਇਹਨਾਂ ਨੂੰ ਦਿੰਦਾ ਸੀ? ਬਾਕੀ ਕਸ਼ਮੀਰ ਦਾ ਐਸਾ ਸਟਰਕਚਰ ਹੈ ਕਿ ਤੁਸੀਂ ਇੱਕ ਘਵਾਲਾ ਪੁੱਲ ਬੰਦ ਕਰ ਦਿਓ, ਕਸ਼ਮੀਰ 'ਚ ਐਂਟਰੀ ਨਹੀਂ ਹੋ ਸਕਦੀ ਵਾਦੀ ਵਾਲੀ ਸਾਈਡ ਤੋਂ। ਉਧਰੋਂ ਜੰਮੂ ਵਾਲੀ ਇੱਕ ਸੜਕ ਬੰਦ ਕਰੋ, ਪੂਰਾ ਕਸ਼ਮੀਰ ਬੰਦ ਹੋ ਜਾਂਦਾ। ਇਹ ਜਿਹੜੇ ਅੱਗੋਂ ਜਿਹੜੇ ਬਾਰਡਰਾਂ ਤੱਕ ਡੱਟਾਂ ਤੱਕ ਜਾਂਦੀਆਂ ਨੇ ਸੜਕਾਂ ਸਾਰੀਆਂ ਤੇ ਇਹਨਾਂ ਦੇ ਕੰਟਰੋਲ ਨੇ ਹਰ ਸ਼ਹਿਰ। ਇਹ ਖੜੇ ਕਰਨ ਵਾਲੇ ਇਹਨਾਂ ਨੇ 2019 ਦੇ ਵਿੱਚ ਜਦੋਂ ਕਸ਼ਮੀਰੀਆਂ ਦਾ ਸੌਦਾ ਕੀਤਾ, ਜਦੋਂ 2019 ਚ ਜਨਰਲ ਬਾਜਵਾ ਕਹਿ ਕੇ ਆਇਆ ਉੱਥੇ, ਯਾਦ ਹੈ ਹਮਦ ਮੀਰ ਦੀ ਗੱਲ, ਇਮਰਾਨ ਰਿਆਜ਼ ਦੀ ਗੱਲ, ਕਿ ਸਾਡੇ ਟੈਂਕਾਂ 'ਚ ਪੈਟਰੋਲ ਨਹੀਂ ਆਇਆ। ਜਨਰਲ ਬਾਜਵੇ ਦੇ ਅਲਫਾਜ਼ ਸਨ, ਸਾਡੇ ਟੈਂਕਾਂ ਨੂੰ ਜ਼ੰਗ ਲੱਗ ਚੁੱਕਿਆ, ਸਾਡੇ ਕੋਈ ਨਹੀਂ ਇਕੋਨਮੀ, ਕੋਈ ਨਹੀਂ, ਅਸੀਂ ਇੰਡੀਆ ਨਾਲ ਲੜ ਨਹੀਂ ਸਕਦੇ। ਇੱਕ ਇਹਨਾਂ ਦੇ ਜਰਨੈਲ ਕਹਿੰਦੇ, ਜਿਹਨੂੰ ਅੱਜ ਬੜਾ ਬਹਾਦਰ ਕਹਿੰਦੇ ਨੇ ਨਾ, ਇੱਕ ਬੁਜ਼ਦਲ ਜਰਨੈਲ ਦੇ ਅਲਫਾਜ਼ ਸਨ ਕਿ ਅਸੀਂ ਇੰਡੀਆ ਨਾਲ ਲੜ ਨਹੀਂ ਸਕਦੇ। ਫਿਰ ਇਹਨਾਂ ਨੇ ਸੌਦਾ ਕੀਤਾ
ਕਿ ਉਧਰ ਦਾ ਕਸ਼ਮੀਰ ਤੁਹਾਡਾ, ਇੱਧਰ ਦਾ ਕਸ਼ਮੀਰ ਸਾਡਾ। ਖਾਨ ਨੂੰ ਪਤਾ ਲੱਗਾ, ਉਹਨੇ ਲਾਲਾ ਲਾਲਾ ਨਹੀਂ ਮਚਾਤੀ ਪੂਰੀ ਦੁਨੀਆ ਦੇ ਵਿੱਚ ਕਿ ਇਹ ਮੋਦੀ ਡਿਕਟੇਟਰ। ਫਿਰ ਉਹ ਬਾਜਵਾ ਕਹਿੰਦਾ ਇਹ ਕਿਉਂ ਤੂੰ ਕਰਾਣੇ ਆ, ਉਹਦੀ ਬੜੀ ਆਲਮੀ ਦੁਨੀਆ ਦੇ ਨਾਲ ਉਹਦੇ ਬੜੇ ਰਾਬਤੇ ਨੇ, ਤੂੰ ਸਾਨੂੰ ਜ਼ਲੀਲ ਕਰਾਣੇ ਆ। ਖਾਨ ਫਿਰ ਹਰ ਜੁਮੇ ਵਾਲੇ ਦਿਨ ਆਵਾਮ ਕੱਢੀ, ਉਹਨੇ ਕਿਹਾ ਕਸ਼ਮੀਰ ਵਾਸਤੇ ਰੈਲੀਆਂ ਕਰੋ। ਫਿਰ ਅਕਵਾਮੇ ਮੁਤੱਹਦਾ ਚ ਗਿਆ, ਉੱਥੇ ਜਾ ਕੇ ਕੇਸ ਲੜਦਾ ਰਿਹਾ। ਫਿਰ ਇਹਨਾਂ ਨੇ ਹਮਲਾ ਜਦੋਂ ਕੀਤਾ, ਫਿਰ ਉਹਨੇ ਜਹਾਜ਼ ਸਟਵਾਏ, ਉਹ ਤੇ ਇਹਨਾਂ ਦੇ ਇੰਨਾ ਮੁਖਾਲਫ। ਫਿਰ ਇਹਨਾਂ ਨੇ ਕਿਹਾ ਕਿ ਇਸ ਬੰਦੇ ਨੂੰ ਲਾਣਾ ਬਹੁਤ ਜ਼ਰੂਰੀ ਹੈ, ਇਹ ਤੇ ਲੈ ਦੇਗਾ ਤੇ ਸਾਡੇ ਅਜ਼ਾਇਮ ਹੀ ਨਹੀਂ ਕਰ ਸਕਦਾ। ਉਸ ਤੋਂ ਬਾਅਦ ਫਿਰ ਅਗਲੀ ਜਦੋਂ ਯੂਨਾਈਟਿਡ ਨੇਸ਼ਨ ਚ ਗਿਆ ਤੇ ਵਜ਼ੀਰ ਆਜ਼ਮ ਦੇ ਅਲਫਾਜ਼ ਭਲਾ ਕੀ ਸੀ, ਉਹ ਲੇਲੇ ਦੇ ਅਲਫਾਜ਼ ਸੀ, ਜਿਸ ਕਿਸੇ ਨੇ ਆਜ਼ਾਦ ਕਸ਼ਮੀਰ ਵੱਲ ਵੇਖਿਆ ਉਹਦੀ ਅੱਖ ਕੱਢ ਦਾਂਗੇ ਸੀ। ਮਤਲਬ ਮਕਬੂਜ਼ਾ ਕਸ਼ਮੀਰ ਕਿੱਧਰ ਗਿਆ, ਉਹਦੇ ਅਲਫਾਜ਼ ਸਨ ਕਿ ਅਗਰ ਆਜ਼ਾਦ ਕਸ਼ਮੀਰ ਵੱਲ ਕਿਸੇ ਨੇ ਅੱਖ ਪੁੱਟ ਕੇ ਵੇਖਿਆ ਅਸੀਂ ਉਹਦੀ ਅੱਖ ਕੱਢ ਦਾਂਗੇ। ਮਤਲਬ ਮਕਬੂਜ਼ਾ ਗਿਆ। ਇਸ ਗੱਲੋਂ ਭਾਜੀ ਇਹਨਾਂ ਨੇ ਕਿਹਾ ਉਹ ਕਸ਼ਮੀਰ ਤੁਸੀਂ ਇੰਡੀਆ 'ਚ ਵਾੜ ਲਓ, ਇਹ ਅਸੀਂ ਪਾਕਿਸਤਾਨ 'ਚ ਵਾੜਾਂਗੇ। ਇਹ ਇਹਨਾਂ ਦੀ ਗੱਲ ਤੈਅ ਆਈ ਸੀ। ਇਸ ਵਜ੍ਹਾ ਤੋਂ ਇੰਪਲੀਮੈਂਟ ਕੀਤਾ ਜਾ ਰਿਹਾ, ਇਸ ਪੀਕ ਤੇ ਜਾ ਕੇ ਇਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ, ਗੋਲੀ ਚਲਾਈ ਜਾ ਰਹੀ ਆ। ਸ਼ਹਿਰ ਕਹਿੰਦੇ ਉਹ ਦਹਿਸ਼ਤਗਰਦ ਬਣਾ ਦਿੱਤੇ ਗਏ। ਅੱਛਾ ਵਕਰ, ਇਹ ਤੇ ਗੱਲ ਹੋ ਗਈ। ਜ਼ਰਾ ਇੱਕ ਚੀਜ਼ ਰਹਿ ਗਈ ਹੈ, ਇੱਕ ਦੋ ਚੀਜ਼ਾਂ ਨੇ। ਬਿਜਲੀ ਦਾ ਇੱਕ ਨਵੀਂ ਚੀਜ਼ ਜਿਹੜੀ ਸ਼ਹਿਰ ਅੱਜ ਮੈਂ ਦੇਖੀ, ਉਹ ਮੈਂ ਹੈਰਾਨ ਹੀ ਹੋ ਗਿਆ। ਬਿਜਲੀ ਦਾ ਡਿਸਟ੍ਰੀਬਿਊਸ਼ਨ ਦਾ, ਬਿਜਲੀ ਵੰਡਣ ਦਾ ਮੁਲਕ ਦੇ ਵਿੱਚ DHA ਦਾ ਕੋਈ ਅਦਾਰਾ, ਉਹਨੂੰ ਲੱਭ ਗਿਆ ਠੇਕਾ। ਇਹ ਬਿਜ਼ਨਸ ਪਾਕਿਸਤਾਨ ਦੇ ਵਿੱਚ ਇਕਨੋਮੀ ਨੂੰ ਵਧਾਉਣ ਦਾ ਇੱਕ ਨਵਾਂ ਤਰੀਕਾ ਹੈ, ਜਿੱਥੇ ਲੋਕੀ ਛੱਡ ਜਾ ਰਹੇ ਆ। ਇਹ ਬਿਜਲੀ ਵੰਡਿਆ ਕਰਨਗੇ ਹੁਣ, ਤੇ ਬਿਜਲੀ ਵੰਡਣਾ ਕਿਹੜਾ ਨਵਾਂ ਕੰਮ? ਤੁਸੀਂ ਨਜ਼ਰ ਭਾਈ ਗੌਰ ਨਹੀਂ ਕੀਤਾ, ਬਿਜਲੀ ਵੰਡਣਾ ਕਿਹੜਾ ਨਵਾਂ ਕੰਮ ਹੈ? ਖੇਲਾਂ ਦੇ ਵਿੱਚ ਵਜ਼ੀਰ ਕੌਣ ਹੈ? ਜਰਨੈਲ ਜਾਂ ਉਹਦਾ ਸਾਲਾ? FIA ਦੇ ਵਿੱਚ ਕੌਣ ਹੈ? ਜਰਨੈਲ। ਅਦਾਲਤਾਂ 'ਚ ਕਿਹਨੂੰ ਬਿਠਾਇਆ ਹੈ? ਜਰਨੈਲ ਨੂੰ। ਉਸ ਤੋਂ ਬਾਅਦ PIA 'ਚ ਕੌਣ ਹੈ? ਜਰਨੈਲ। ਇਹ ਜਿਹੜੇ ਸੜਕਾਂ ਲੈਂਦੇ ਨੇ FWO, ਇਹਨਾਂ ਦਾ ਠੇਕੇਦਾਰ ਕੌਣ ਹੈ? ਜਰਨੈਲ। ਜਿਹੜੇ ਬਿੱਲ ਜਮਾ ਕਰਦੇ ਨੇ ਉਹ ਰੀਡਿੰਗ ਲਿਖਣ ਆਂਦਾ ਰੇਂਜਰ ਪੁਲਿਸ। ਰੇਂਜਰ ਅੱਜ ਕੱਲ ਰੀਡਿੰਗ ਲਿਖਦੀ ਹੈ ਨਾਲ ਆਣ ਕੇ। ਤੇ ਜੇ ਉਹ ਬਿਜਲੀ ਵੰਡਣ ਲੱਗ ਪੈਣਗੇ, ਜੇ ਆਖਰ ਕੀ ਹੈ ਉਹ, ਇਹ ਵਤਨ ਤੁਹਾਡਾ ਹੈ, ਹਮ ਖਾਮਖਾ ਇਸਮੇ, ਅਸੀਂ ਤਾਂ ਖਾਮਖਾ ਇਹਦੇ ਵਿੱਚ ਹੈ, ਸਾਰਾ ਵਤਨ ਇਹਨਾਂ ਦਾ। ਇਹ ਕਹਿੰਦੇ 300 ਅਰਬ ਬਜਟ ਲਿਆ, ਉਹ 300 ਅਰਬ ਦੇ ਸਾਹਮਣੇ ਰੱਖਿਆ। ਉਹ ਟੂਲ ਪਲਾਜ਼ੇ ਤੱਕ ਇਹ ਲੈਂਦੇ ਨੇ, ਜਿਸ ਬੰਦੇ ਦੀ ਜ਼ਮੀਨ ਨਜ਼ਰ ਆ ਜਾਂਦੀ ਉੱਤੇ ਕਬਜ਼ਾ ਇਹ ਕਰ ਲੈਂਦੇ ਨੇ, ਹਰ ਸ਼ਾਇਦ ਇਹ ਕਰ ਲੈਂਦੇ ਨੇ। ਇਹ ਵਤਨ ਇਹਨਾਂ ਦਾ ਵਾ, ਅਸੀਂ ਖਾਮਖਾ ਇਹਨਾਂ ਦੇ ਆ। ਇਹਨਾਂ ਸਾਨੂੰ ਆਪਣਾ ਕੰਮ ਹੀ ਸਮਝਿਆ ਇਸ ਮੁਲਕ ਦੇ ਵਿੱਚ। ਇਸ ਮੁਲਕ ਤੁਸੀਂ ਵੇਖਦੇ ਨਹੀਂ, ਇਹ ਪਾਕਿਸਤਾਨ ਬਣਿਆ 78 ਸਾਲ ਹੋ ਗਏ, ਦੁਨੀਆ ਦਾ ਵਾਹਿਦ ਮੁਲਕ ਹੈ ਜਿਸ ਮੁਲਕ ਦਾ ਸ਼ਹਿਰੀ ਆਪਣੇ ਮੁਲਕ ਦੇ ਵਿੱਚ, ਆਪਣੇ ਸ਼ਹਿਰ 'ਚ ਇੱਕ ਏਰੀਆ 'ਚ ਨਹੀਂ ਜਾ ਸਕਦਾ ਬਿਨਾਂ ID ਕਾਰਡ ਵਹਾਏ। ਆਪਣੇ ਮੁਲਕ ਦਾ ਸ਼ਹਿਰੀ ਆਪਣੇ ਮੁਲਕ ਦੇ ਵਿੱਚ, ਆਪਣੇ ਸ਼ਹਿਰ 'ਚ, ਆਪਣੀ ਧਰਤੀ ਤੇ ਜਿੱਥੇ ਉਹ ਪੈਦਾ ਹੋਇਆ ਉੱਥੇ ਇੱਕ ਏਰੀਆ ਵਾ ਫੌਜੀਆਂ ਦਾ, ਉੱਥੇ ਬਗੈਰ ID ਕਾਰਡ ਵਹਾਉਣ ਤੋਂ ਤੁਸੀਂ ਵੜ ਨਹੀਂ ਸਕਦੇ। ਤੁਸੀਂ ਇੰਗਲੈਂਡ ਰਹਿੰਦੇ ਜੇ, ਕਿਆ ਲੰਡਨ ਪੂਰੇ ਦੇ ਵਿੱਚ ਤੁਸੀਂ ਨਹੀਂ ਘੁੰਮ ਸਕਦੇ ਬਗੈਰ ID ਕਾਰਡ ਤੋਂ, ਬਗੈਰ ਪੇਪਰਾਂ ਘੁੰਮ ਸਕਦੇ ਜੇ? ਲੰਡਨ ਕਿਸੇ ਜਗ੍ਹਾ ਤੋਂ ਤੁਹਾਨੂੰ ਮਨਾ ਕਰਦਾ ਕਿ ਤੁਸੀਂ ਇਸ ਏਰੀਆ 'ਚ ਨਹੀਂ ਵੜ ਸਕਦੇ। ਪਾਕਿਸਤਾਨ ਦੇ ਵਿੱਚ ਤੁਸੀਂ DH 'ਚ ਨਹੀਂ ਵੜ ਸਕਦੇ, ਤੁਸੀਂ ਕੈਂਟਾਂ 'ਚ ਨਹੀਂ ਵੜ ਸਕਦੇ। ਇਹਨਾਂ ਦੇ ਸਕੂਲ ਲੈਦਾ, ਇਹਨਾਂ ਦੇ ਕਾਲਜ ਲੈਦਾ, ਇਹਨਾਂ ਦੇ ਗੋਲਫ ਕਲੱਬ ਲੈਦਾ, ਇਹਨਾਂ ਦੀਆਂ ਜਾਇਦਾਦਾਂ ਲੈਦਾ, ਇਹਨਾਂ ਦੇ ਕ੍ਰੈਡਿਟ ਕਾਲਜ ਲੈਦਾ, ਇਹਨਾਂ ਦੀ ਹਰ ਸ਼ੈ, ਇਹਨਾਂ ਦੇ ਕਾਰੋਬਾਰ ਲੈਦਾ। ਕਿਆ ਅੱਜ ਤੱਕ ਕਦੀ ਸੁਣਿਆ ਜੇ ਕਿ ਜਰਨਲ ਦਾ ਪੁੱਤਰ ਸਿਪਾਹੀ ਭਰਤੀ ਹੋਇਆ ਹੈ? ਕਿਆ ਕਦੀ ਸੁਣਿਆ ਜੇ ਕੈਪਟਨ ਦਾ ਪੁੱਤਰ, ਮੇਜਰ ਦਾ ਪੁੱਤਰ ਸਿਪਾਹੀ ਭਰਤੀ ਹੋਇਆ? ਕਿਉਂ? ਉਹ ਜਰਨਲ ਦਾ ਪੁੱਤਰ ਜਰਨਲ ਹੀ ਪੈਦਾ ਹੋਣਾ ਹੈ, ਜਰਨਲ ਹੀ ਬਣਨਾ ਹੈ। ਮੇਜਰ ਦਾ ਪੁੱਤਰ ਮੇਜਰ ਹੀ ਬਣਨਾ ਹੈ। ਉਹ ਸੂਬੇਦਾਰ ਦਾ ਪੁੱਤਰ ਜਿਹੜਾ ਵਾ ਉਹ ਲੱਗ ਸਕਦਾ ਵਾ। ਬਕਾਇਆ ਤੁਸੀਂ ਅੱਜ ਤੱਕ ਇੱਕ ਜਰਨੈਲ ਪਾਕਿਸਤਾਨ ਦੀ ਹਿਸਟਰੀ 'ਚ ਵਹਾ ਦਿਓ ਜਿਹਦਾ ਇੱਕ ਵੀ ਪੁੱਤਰ ਇਹਦੇ ਵਿੱਚ ਲੱਗਾ ਹੈ ਫੌਜ ਦੇ ਵਿੱਚ। ਇਹ ਜੋ ਕਹਿੰਦੇ ਨੇ ਅਸੀਂ ਫੌਜ ਦੇ ਬੜੇ ਰਖਵਾਲੇ ਆ, ਅਸੀਂ ਮੁਲਕ ਦੇ ਬੜੇ ਰਖਵਾਲੇ, ਇਹਨਾਂ ਦੇ ਪੁੱਤ ਕਿਉਂ ਜਾਇਦਾ, ਇਹਨਾਂ ਦੇ ਪੁੱਤ ਕਿਉਂ ਬਾਹਰ ਰਹਿੰਦੇ ਨੇ? ਜਨਰਲ ਬਾਜਵੇ ਦੇ ਪੁੱਤਰ ਕਿੱਥੇ ਨੇ? ਮੁਸ਼ਰਫ ਦੇ ਪੁੱਤਰ ਕਿੱਥੇ ਨੇ? ਉਹ ਜਿਹੜਾ ਮਿਰਜ਼ਾ ਅਸਲਮ ਬੇਗ ਹੈ ਉਹਦੀ ਲਾਦ ਕਿੱਥੇ ਆ? ਕਿਆਨੀ ਦੀ ਲਾਦ ਕਿੱਥੇ ਆ? ਰੇਸ਼ਰੀ ਦੀ ਲਾਦ ਕਿੱਥੇ ਆ? ਅਮਨੀਰੇ ਦੀ ਲਾਦ ਕਿੱਥੇ ਆ? ਅਜ਼ੈਨੀ ਮਰੀਜ਼ ਦੀ ਇਹਦੀਆਂ ਧੀਆਂ ਕਿੱਥੇ ਨੇ? ਉਹ ਇੱਕ ਜਰਨੈਲ ਵੀ ਪਾਕਿਸਤਾਨ ਨੂੰ ਔਨ ਨਹੀਂ ਕਰਦਾ, ਇੱਕ ਜਰਨੈਲ ਦਾ ਵੀ ਪੁੱਤਰ ਇੱਥੇ ਸਿਪਾਹੀ ਨਹੀਂ ਭਰਤੀ ਹੁੰਦਾ। ਇਹ ਸਿਰਫ ਮਾਰਾ ਖਾਨ ਨੂੰ ਜਾਨਾਂ ਦੇਣ ਨੂੰ ਇਹ ਲੋਕ ਨੇ, ਇਹ ਮੁਲਕ ਦੇ ਕਾਬਜ਼ ਨੇ। ਇਹ ਬਿਜਲੀ ਤੇ ਪਰੇਸ਼ਾਨ ਨਾ ਹੋ, ਉਹ ਜਿਹੜੇ ਉਹ ਮਈਸ਼ਤਾਂ ਤੱਕ ਇਹ ਬਣਾਉਂਦੇ ਨੇ, ਉਹ ਇਹ ਬਿਜਲੀ ਦਾ ਕਿਹੜਾ ਕੰਮ ਹੈ? ਮੁਈਸ਼ਤ ਦੇ ਜਿਹੜੇ ਉਹ ਬਣਦਾ ਨਹੀਂ ਬਜਟ, ਜਿਹੜੇ ਟਫਰਾਂ ਨੂੰ 12 ਪਾਸ ਨੂੰ ਪਤਾ ਹੀ ਨਹੀਂ ਕਿ ਬਜਟ ਚੀਜ਼ ਕੀ ਆ। ਉਹ ਵੀ ਉੱਥੇ ਬਹਿ ਕੇ ਨਾ ਵਜ਼ੀਰ ਆਜ਼ਮ ਹਾਊਸ 'ਚ ਜਾਂ ਉੱਥੇ ਵਜ਼ੀਰ ਖਜ਼ਾਨਾ ਦੇ ਨਾਲ ਬਹਿ ਕੇ ਕਹਿੰਦਾ ਇੱਥੇ ਬਜਟ ਨੂੰ ਇੰਨਾ ਪਾ, ਇੱਥੇ ਬਜਟ ਨੂੰ ਇੰਨਾ ਪਾ, ਇੱਥੇ ਬਜਟ ਨੂੰ ਇੰਨਾ ਪਾ। ਇਹ ਉਹ ਤੇ ਬਿਜਲੀ ਤੇ ਪਰੇਸ਼ਾਨ ਨਾ ਹੋਏ ਮੁਲਕ ਇਹਨਾਂ ਦਾ। ਖਾਮਖਾਂ ਅਸੀਂ ਤੇ ਐਵੇਂ ਰੋਲਾ ਪਾਉਣ ਨੂੰ, ਅਸੀਂ 4-5 ਗੱਦਾਰ ਰੋਲਾ ਪਾਉਂਦੇ ਰਹਿਣਗੇ ਤੇ ਉਹ ਕਹਿਣਗੇ ਇਹਨਾਂ ਨੂੰ ਬੜੀ ਤਕਲੀਫ ਹੈ। ਤਕਲੀਫ ਹੋਵੇ ਨਾ, ਅਸੀਂ ਸਾਡਾ ਮੁਲਕ ਹੈ। ਬੁਕਰ ਕਿਵੇਂ ਫਿਰ ਕਿਸ ਤਰ੍ਹਾਂ ਇਸ ਤਰ੍ਹਾਂ ਕਿੰਨੀ ਦੇਰ ਚੱਲਣਗੇ ਮੁਲਕ? ਕਿਉਂਕਿ ਕਿਸੇ ਨਾਲ ਗੱਲ ਕਰੋ ਕਹਿੰਦਾ ਜੀ ਇਸ ਤਰ੍ਹਾਂ ਚੱਲਣਾ, ਇਹ ਪਹਿਲੇ ਵੀ ਇਸ ਤਰ੍ਹਾਂ ਚੱਲਦਾ ਸੀ, ਹੁਣ ਵੀ ਇਸ ਤਰ੍ਹਾਂ ਚੱਲੇਗਾ, ਇਸ ਤਰ੍ਹਾਂ ਚੱਲੇਗਾ। ਇਹ ਕੀ ਹੈ? ਅਮਰ ਬਿਲ ਮਾਰੂਫ ਨਹੀਂ, ਮੁਨਕਰ ਕਿੱਥੇ ਚਲਾ ਗਿਆ? ਸਾਡੇ ਵਿੱਚੋਂ ਨਿਕਲ ਗਿਆ, ਅਸੀਂ ਕਿੱਥੇ ਖੜੇ ਹਾਂ?
ਮੁਸਲਮਾਨ ਆ। 2022 ਤੱਕ ਜਿਵੇਂ ਮੁਲਕ ਚੱਲਣਾ ਸੀ ਨਾ ਉਵੇਂ ਚੱਲ ਗਿਆ, ਜਿਵੇਂ ਮੁਲਕ ਚੱਲਣਾ ਸੀ ਨਾ ਉਵੇਂ ਚੱਲ ਗਿਆ। 2022 ਤੋਂ ਲੈ ਕੇ ਅੱਗੇ ਮੁਲਕ ਉਵੇਂ ਨਹੀਂ ਚੱਲਣਾ। ਅੱਗੇ ਮਜ਼ਾਮਤ ਸ਼ੁਰੂ ਹੋਈ ਆ, ਅੱਗੇ ਤੁਹਾਨੂੰ ਪਤਾ ਚੱਲੇਗਾ ਹੁਣ 78 ਸਾਲ ਕਿਵੇਂ ਕੱਢਦੇ ਜੇ। ਤਿਗਣੀ ਦਾ ਨਾਚ ਨਚਾਇਆ ਨਾ, ਇੱਕ ਬੰਦਾ ਵੀ ਬੋਲਦਾ ਰਵੇ ਨਾ ਨਜ਼ਰ ਭਾਈ, ਇਹ ਕਹਿੰਦੇ ਨਾ ਐਵੇਂ ਹੀ ਮੁਲਕ ਚੱਲੇਗਾ, ਵੇਖ ਲਾਂਗੇ, ਤੁੰਨ ਲਾਂਗੇ, ਇਸ਼ਤਿਸ਼ਾਰੀ ਕਰ ਦਾਂਗੇ, ਆ ਕਰ ਦਾਂਗੇ, ਉਹ ਹੀ ਬੜਕਾਂ ਜਿਹੜੀਆਂ 78 ਸਾਲ 'ਚ ਵੱਜਦੀਆਂ। ਲੇਕਿਨ ਸਾਹਬ ਐਸਾ ਪੈਂਟ ਐਸੀ ਗਿੱਲੀ ਹੋਈ ਪਈ ਆ ਕਿ ਕੋਈ ਬੱਚਾ ਵੀ ਟਵੀਟ ਕਰ ਦੇਣਾ ਸ਼ਾਮ ਨੂੰ ਆਣ ਕੇ ਉਹਨੂੰ ਘਰੋਂ ਚੁੱਕ ਲੈਂਦੇ ਨੇ। ਅਗਰ ਉਹ ਘਰ ਨਾ ਹੋਵੇ ਉਹਦੇ ਮਾਪਿਓ ਨੂੰ ਚੁੱਕ ਕੇ ਲੈ ਜਾਂਦੇ ਨੇ। ਕਾਦੀ ਤਕਲੀਫ ਹੈ? ਜਿਹਦੇ 2 ਫਾਲੋਅਰ ਨੇ ਨਾ ਉਹਦੀ ਵੀ ਗੋਲੀ, ਉਹ ਜਿਹੜੀ ਟਵੀਟ ਚੋਂ ਨਿਕਲੀ ਜਿਹੜੀ ਗੋਲੀ ਹੈ ਨਾ, ਤੇ ਮੂੰਹ ਚੋਂ ਨਹੀਂ, ਉਹਦੇ ਅਲਫਾਜ਼ ਉਹ ਕਲਮ ਨਾਲ ਲਿਖਦਾ, ਉਹਦੇ ਕਲਮ ਚੋਂ ਜਿਹੜੇ ਬੋਲ ਨਿਕਲਦੇ ਨੇ ਨਾ ਉਹ ਵੀ ਇਹਨਾਂ ਦੇ ਦਿਲ 'ਚ AK-47 ਤੋਂ ਵੱਧ ਵੱਜਦੇ ਨੇ ਜਾ ਕੇ, ਕਿਉਂਕਿ ਬੰਦੂਕ ਚੋਂ ਨਿਕਲੀ ਗੋਲੀ ਦੀ ਉਹ ਪਾਵਰ ਨਹੀਂ ਜਿਹੜੀ ਕਲਮ ਚੋਂ ਨਿਕਲੀ, ਜਿਹੜੇ ਕਲਮ ਚੋਂ ਨਿਕਲੇ ਅਲਫਾਜ਼ ਕਿਆਮਤ ਤੱਕ ਰਹਿਣਗੇ। ਗੋਲੀ ਤੇ ਵੱਜੀ, ਬੰਦਾ ਮਰ ਗਿਆ, ਖਤਮ ਹੋ ਗਏ, ਲੇਕਿਨ ਤਰੀਖੀ ਅਲਫਾਜ਼ ਅੱਜ ਵੀ ਉਹਨੇ ਜਿਹੜੇ ਉਹਨੇ ਕਾਇਦੇ ਆਜ਼ਮ ਨੇ ਆਖਿਆ ਸੀ ਕਿ ਤੁਸੀਂ ਸਿਵਲੀਅਨ ਦੇ ਨੌਕਰ ਜੇ, ਤੁਸੀਂ ਆਰਡਰ ਮੰਨੋਗੇ, ਸਿਵਲੀਅਨ ਇਸ ਮੁਲਕ 'ਚ ਕਾਨੂੰਨ ਬਣਾਉਣਗੇ। ਇਹ ਹੈ ਸੀ ਨਾ, ਇਹ ਉਹਦੇ ਕਲਮ ਚੋਂ ਨਿਕਲੇ ਅਲਫਾਜ਼ ਨੇ, ਉਹਦੇ ਕਲਮ ਚੋਂ ਨਿਕਲੇ ਅਲਫਾਜ਼ ਨੇ ਜਿਹੜੇ ਅੱਜ ਤੱਕ ਤੇ ਕਿਆਮਤ ਤੱਕ ਰਹਿਣੇ ਨੇ। ਤੇ ਜਰਨੈਲ ਨੇ ਤੇ ਗੋਲੀ ਮਾਰ ਛੜੀ ਸੀ, ਤੇ ਕਿੱਥੇ ਗਿਆ ਜਰਨੈਲ? ਅੱਜ ਮਿੱਟੀ ਹੋ ਗਿਆ ਨਾ, ਕੋਈ ਵੀ ਜਰਨੈਲ ਨਹੀਂ ਰਿਹਾ। ਇਸ ਗੱਲੋਂ ਇਸ ਮੁਲਕ ਦੇ ਵਿੱਚ ਇਨਸ਼ਾਅੱਲਾ ਚੇਂਜਿੰਗ ਆਏਗੀ। ਇਨਸ਼ਾਅੱਲਾ ਲੀਡਰ ਸਾਡਾ ਕਹਿੰਦਾ ਇਮਰਾਨ ਖਾਨ, ਇਨਸਾਨ ਹਾਰਤਾ ਤਬ ਹੈ ਜਬ ਉਹ ਹਾਰ ਮੰਨ ਲੈਤਾ। ਤੇ ਅਸੀਂ ਜੰਗ ਜਿੱਤਣ ਦੇ ਮੂਡ 'ਚ ਨਹੀਂ, ਅਸੀਂ ਜੰਗ ਲੜਨੀ ਆ। ਕੁਛ ਜੰਗਾਂ ਲੜਨੀਆਂ ਪੈਂਦੀਆਂ, ਜਿੱਤਣੀਆਂ ਨਹੀਂ ਪੈਂਦੀਆਂ। ਸਾਡੇ ਹਿੱਸੇ ਦੀ ਲੜਾਈ ਅਸੀਂ ਲੜਾਂਗੇ। ਜਿਨ੍ਹਾਂ 1857 'ਚ ਜੰਗੇ ਆਜ਼ਾਦੀ ਸ਼ੁਰੂ ਕੀਤੀ ਸੀ, 1947 'ਚ ਮਿਲੀ ਸੀ, ਉਹਨਾਂ ਨੂੰ ਤਾਂ ਨਹੀਂ ਪਤਾ। ਉਹ ਤਾਂ ਨਹੀਂ ਬੰਦੇ ਰਹੇ ਜਿਨ੍ਹਾਂ ਨੇ ਆਜ਼ਾਦੀ ਦੀਆਂ ਤਹਿਰੀਕਾਂ ਲੜੀਆਂ। ਕਾਇਦੇ ਆਜ਼ਮ ਆਜ਼ਾਦ ਕਰਵਾਇਆ ਮੁਲਕ, ਅਲਾਮਾ ਇਕਬਾਲ ਉਹਦੇ ਸ਼ਾਨਾ ਬਿਸ਼ਾਨਾ ਸੀ। ਕਿਆ ਉਹਨੇ ਤਾਂ ਨਹੀਂ ਵੇਖਿਆ ਮੁਲਕ ਆਜ਼ਾਦ ਹੋਇਆ? ਫੌਤ ਹੋ ਗਿਆ ਨਾ 1930 'ਚ, ਅਲਾਮਾ ਇਕਬਾਲ 1930 'ਚ ਫੌਤ ਹੋ ਗਏ, ਉਹਨੇ ਤਾਂ ਨਹੀਂ ਵੇਖਿਆ। ਹੁਣ ਸਾਡੀ ਖੁਆਇਸ਼ ਹੈ ਕਿ ਇਸ ਮੁਲਕ 'ਚ ਇਨਸਾਫ ਆਵੇ, ਅਮਨ ਆਵੇ, ਤੇ ਇਨਸ਼ਾਅੱਲਾ ਅਸੀਂ ਲਿਆਵਾਂਗੇ। ਜੇ ਅਸੀਂ ਨਾ ਲਿਆ ਸਕਦੇ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਿਆਣਗੀਆਂ। ਇਹਨਾਂ ਨੂੰ ਅਸੀਂ ਜੀਣ ਨਹੀਂ ਦਿੰਦੇ। ਅਸੀਂ ਕਮ ਸੇ ਕਮ ਇਹ ਤੇ ਕਹਿ ਸਕਾਂਗੇ ਨਾ ਅੱਲਾ ਦੇ ਅੱਗੇ ਜਾ ਕੇ ਕਿ ਯਾ ਅੱਲਾ ਜ਼ੁਲਮ ਹੁੰਦਾ ਰਿਹਾ, ਅਸੀਂ ਜਿੰਨੇ ਜੋਗੇ ਸਨ, ਅਸੀਂ ਜੇ ਹੱਥ ਨਾਲ ਨਹੀਂ ਨਾ ਰੋਕ ਸਕੇ ਜ਼ੁਲਮ ਨੂੰ, ਅਸੀਂ ਜ਼ਬਾਨ ਨਾਲ ਲਾਜ਼ਮੀ ਰੋਕਦੇ ਰਹੇ ਹਾਂ। ਬੁਰਾਈ ਨੂੰ ਅਸੀਂ ਜ਼ਬਾਨ ਨਾਲ ਲਾਜ਼ਮੀ ਰੋਕਦੇ ਰਹੇ ਹਾਂ। ਜੇ ਜ਼ਬਾਨ ਨਾਲ ਨਹੀਂ ਰੋਕ ਸਕੇ ਤੇ ਦਿਲ 'ਚ ਬੁਰਾ ਜਾਣਨ ਵਾਲੇ ਵੀ ਹੈ ਨੇ। ਲੇਕਿਨ ਅਸੀਂ ਇਨਸ਼ਾਅੱਲਾ ਜਿੰਨੀ ਦੇਰ ਤੱਕ ਇਸ ਮੁਲਕ ਦਾ ਕਬਜ਼ਾ ਨਹੀਂ ਛੜਾਇਆ, ਜਿੰਨੀ ਦੇਰ ਤੱਕ ਇਸ ਫੌਜ ਨੂੰ ਬੈਰਕਾਂ 'ਚ ਨਹੀਂ ਭੇਜਿਆ, ਜਿੰਨੀ ਦੇਰ ਤੱਕ ਜਿਹਨੇ ਜਰਾਇਮ ਕੀਤੇ ਉਹਨੂੰ ਨਾ ਲਟਕਾਇਆ, ਅਸੀਂ ਚੈਨ ਨਾ ਬਿਆਨ ਵਾਲੇ ਕੋਈ ਨਹੀਂ। ਇਹਦਾ ਮਤਲਬ ਇਹ ਹੈ ਕਿ ਜਿਹੜੀ ਜਿੱਦ-ਜਹਿਦ ਦਾ ਬੂਟਾ ਹੁਣ ਅੱਜ ਇਮਰਾਨ ਖਾਨ ਨੇ ਲਾਇਆ ਹੈ, ਜਾਂ ਇਮਰਾਨ ਖਾਨ ਲਾ ਰਿਹਾ ਹੈ, ਜਾਂ ਉਹਦੇ ਨਾਲ ਜਿਹੜੇ ਬੈਠੇ ਡੀਟੇਲ ਮੀਡੀਆ ਦੇ ਲੋਕ ਨੇ, ਜਾਂ ਪਾਕਿਸਤਾਨ 'ਚ ਕਹਦੇ ਜੋ ਬੂਟਾ ਲਾ, ਕੋਈ ਜ਼ਰੂਰੀ ਨਹੀਂ ਕਿ ਬੂਟੇ ਦਾ ਫਲ ਵੀ ਖਾਣ ਜਾਂ ਉਹਦੀ ਛਾਂ ਥੱਲੇ ਬਹਿਣ। ਜ਼ਰੂਰੀ ਹੈ। ਆਜ਼ਾਦੀ ਦੀਆਂ ਜੰਗਾਂ ਤੇ 100 ਸਾਲ ਲੱਗ ਜਾਂਦੇ ਨੇ। ਇਹ ਕੋਈ 1-2 ਦਿਨ ਦੀ ਖੇਡ ਤੇ ਹੈ ਕੋਈ नहीं। कहता अभी से थक कर क्यों चूर हो गए, अभी तो मंजिल है दूर अपनी, अभी तो आगाज है सफर का, अभी तो राहें हैं दूर अपनी, ये डगमगाते कदम तुम्हारे, अभी से बातों में क्यों है दासी, अभी तो बारूद भी चलेगा, निकलेगी जिस्मों में जान अपनी, हले मंजिल बड़ी दूर है। ਅਸੀਂ ਮੰਜ਼ਲ ਸੋਚ ਕੇ ਨਹੀਂ ਲੜਨ ਦੇ। ਅਸੀਂ ਮੈਦਾਨੇ ਜੰਗ ਦੇ ਵਿੱਚ ਅਸੀਂ ਇੱਕ ਦਲਦਲ 'ਚ ਸਾਨੂੰ ਪਤਾ ਅੱਗੇ ਹਨੇਰਾ ਹੀ ਹਨੇਰਾ ਹੈ। ਉਹ ਮਜ਼ਾ ਤੇ ਉਸ ਜੰਗ ਦਾ ਆਂਦਾ ਨਾ ਕਿ ਸਾਹਮਣੇ ਸ਼ਿਕਸਤ ਨਜ਼ਰ ਆਉਂਦੀ ਹੈ ਤੇ ਲੜ ਪੋ, ਭਿੜ ਪੋ, ਵੇਖੀ ਜਾਏਗੀ। ਉਹ ਖਾਂ ਤਾਂ ਲੜਿਆ ਸੀ, ਉਹਨੂੰ ਪਤਾ ਵਾ, ਉਹਨੂੰ ਪਤਾ ਮੈਂ ਜਿੱਤਣਾ ਨਹੀਂ। ਇੱਕ ਮਿਸਾਲ ਮੈਂ ਦੇਣਿਆ ਵਾ ਕਿ ਅੱਗੇ 78 ਸਾਲ ਦਾ ਨਿਜ਼ਾਮ ਹੈ ਬੜਾ ਵੱਡਾ, ਅੱਗੇ ਟੈਂਕ, ਤੋਪਾਂ, ਮਿਜ਼ਾਈਲ, ਐਟਮ, ਹਰ ਸ਼ੈ, ਪੁਲਿਸ, ਫੌਜ, FIA, ਪੂਰੀ ਦੁਨੀਆ ਇਹਨਾਂ ਦੇ ਨਾਲ ਹੈ। ਖਾਨ ਨੂੰ ਨਹੀਂ ਸੀ ਪਤਾ। ਅਗਰ ਉਹ ਜ਼ਾਹਰੀ ਚੀਜ਼ ਵੇਖਦਾ ਹੁੰਦਾ, ਉਹਨੂੰ ਪਤਾ ਸੀ ਕਿ ਮੈਂ ਨਹੀਂ ਟਕਰਾ ਸਕਦਾ, ਲੇਕਿਨ ਉਹ ਈਮਾਨ ਦੇ ਨਾਲ, ਉਹ ਅੱਲਾ ਦੇ ਜਜ਼ਬੇ ਦੇ ਨਾਲ ਕਿ ਰੱਬ ਨੇ ਉਹਨੂੰ ਅਕਲ, ਸ਼ਊਰ, ਫਹਿਮ ਦਿੱਤਾ। ਉਹਨੇ ਸੀਰਤ ਪੜ੍ਹੀ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ, ਕੌਮਾਂ ਦੀਆਂ ਆਜ਼ਾਦੀਆਂ, ਜੰਗਾਂ, ਸਹਾਬਾ ਕਰਾਮ, ਉਹ ਈਮਾਨ ਦੇ ਹਿਸਾਬ ਨਾਲ ਇਹਨਾਂ ਨੇ ਟਕਰਾ ਗਿਆ। ਉਹਨੂੰ ਪਤਾ ਵਾ ਕਿ ਸਾਹਮਣੇ ਫਤਹ ਕੋਈ ਨਜ਼ਰ ਨਹੀਂ ਆਉਂਦੀ, ਲੇਕਿਨ ਮਜ਼ਾ ਤੇ ਉਹ ਹੈ ਨਾ ਕਿ ਸਾਹਮਣੇ ਸ਼ਿਕਸਤ ਨਜ਼ਰ ਆਉਂਦੀ ਤੇ ਟਕਰਾ ਜਾਓ। ਉਹ ਟਕਰਾਉਣ ਦਿਆ ਤੇ ਇਨਸ਼ਾਅੱਲਾ ਅਸੀਂ ਵੀ ਆਪਣੇ ਲੀਡਰ ਦੇ ਨਾਲ ਅਸੀਂ ਵੀ ਮਰ ਜਾਾਂਗੇ ਤੇ ਜਾਂ ਫਿਰ ਆਜ਼ਾਦੀ ਲਾਂਗੇ। 30, 40, 50 ਸਾਲ ਦੀ ਦੁਨੀਆ ਦੀ ਜ਼ਿੰਦਗੀ ਹੈ। ਜਿਹੜੇ ਕਹਿੰਦੇ ਨਾ ਮੁਸਤਕबिल ये मुस्तकबिल वो हम ये, ਉਹ ਭਰਾਵਾ 50 ਸਾਲ ਦੀ ਜ਼ਿੰਦਗੀ ਪਾਕਿਸਤਾਨ 'ਚ 50-60 ਸਾਲ ਤੋਂ ਬਾਅਦ ਤੁਸੀਂ ਨਹੀਂ ਜੀਣਾ। 20-30 ਸਾਲ ਦੇ ਅਸੀਂ ਹੋ ਚੱਲੇ ਤੇ ਮਗਰ ਕਿੰਨੀ ਰਹਿ ਗਈ 20 ਸਾਲ। ਕਿਹੜਾ ਮੁਸਤਕबिल ਦੀਆਂ ਤੁਸੀਂ ਗੱਲਾਂ ਕਰਦੇ ਹੋ? ਉਸ ਜ਼ਿੰਦਗੀ ਵਾਸਤੇ ਸੋਚੋ ਜਿਹੜੀ ਹਮੇਸ਼ਾ ਵਾਸਤੇ ਰਹਿਣੀ ਹੈ ਜੰਨਤ ਦੇ ਵਿੱਚ। ਇਸ ਗੱਲੋਂ ਅੱਲਾ ਦਾ ਫਰਮਾਨ ਮੰਨ ਕੇ ਟੁਰੋ। ਜ਼ਾਲਮ ਤੇ ਜਾਬਰ ਦੇ ਖਿਲਾਫ ਕਲਮਾ ਹੱਕ ਸਭ ਤੋਂ ਅਫਜ਼ਲ ਜਹਾਦ ਹੈ। ਜ਼ਾਲਮ ਦੇ ਖਿਲਾਫ
ਕਲਮਾ ਹੱਕ, ਇਹ ਜੋ ਜਹਾਦ ਹੈ ਕਿ ਜਾਬਰ ਦੇ ਖਿਲਾਫ ਬੋਲੋ, ਮੇਰੇ ਬੱਚੇ ਮਾਰ ਦੇਣਗੇ, ਮੇਰਾ ਕਾਰੋਬਾਰ ਤੋੜ ਦੇਣਗੇ, ਉਹ ਇਹਨਾਂ ਦੇ ਹੱਥ 'ਚ ਕਾਰੋਬਾਰ ਹੈ, ਇਹਨਾਂ ਦੇ ਹੱਥ 'ਚ ਤੁਹਾਡੀ ਮੌਤ ਹੈ, ਇਹਨਾਂ ਦੇ ਹੱਥ 'ਚ ਤੁਹਾਡੀ ਜ਼ਿਲਤ ਹੈ। ਫਿਰ ਅੱਲਾਹ ਨੇ ਕੁਰਾਨ ਪਾਕ 'ਚ ਕਿਉਂ ਕਿਹਾ ਕਿ ਇੱਜ਼ਤ ਜ਼ਿਲਤ ਮੌਤ ਮੇਰੇ ਹੱਥ 'ਚ? ਜਾਂ ਤੇ ਫਿਰ ਕਲਮਾ ਨਾ ਪੜੋ, ਜੇ ਕਲਮਾ ਪੜਦੇ ਤੇ ਉੱਤੇ ਅਮਲ ਕਰੋ, ਯਕੀਨ ਰੱਖੋ ਰੱਬ ਤੇ। ਸਾਰੀ ਕੌਮ ਨੂੰ ਬੋਲਣਾ ਪੈਣਾ, ਸਾਰੀ ਕੌਮ ਨੂੰ ਖੜਾ ਹੋਣਾ ਪੈਣਾ, ਸਾਰੀ ਕੌਮ ਨੂੰ ਪਾਕਿਸਤਾਨ ਨੂੰ ਓਨ ਕਰਨਾ ਪੈਣਾ। ਸਾਡੇ ਦਿਮਾਗਾਂ 'ਚ ਵਾੜ ਦਿੱਤਾ ਗਿਆ ਇਸ ਮੁਲਕ 'ਚ ਕੋਈ ਮੁਸਤਕਬਿਲ ਨਹੀਂ ਤੁਹਾਡਾ। ਉਹ ਕਿਹੜੇ ਮੁਸਤਕਬਿਲਾਂ ਦੀ ਗੱਲ ਕਰਦੇ ਬੱਚਿਆਂ ਦੇ ਦਿਮਾਗਾਂ 'ਚ ਵਾੜਨ ਦੇ? ਇਹੀ ਉਹ ਜਰਨੈਲ ਚਾਹੁੰਦੇ ਨੇ ਬੱਚਿਆਂ ਦੇ ਦਿਮਾਗਾਂ 'ਚ ਮਾਯੂਸੀ ਪੈਦਾ ਹੋਵੇ ਕਿ ਵੱਡਾ ਹੋਵੇ ਤਾਂ ਨਿਕਲ ਜੇ ਮੁਲਕ 'ਚੋਂ, ਅਸੀਂ ਮੁਲਕ ਤੇ ਕਬਜ਼ਾ ਕਰਦੇ, ਸਾਡਾ ਮੁਲਕ ਹੈ, ਸਾਡਾ ਘਰ ਹੈ। ਦਿਮਾਗਾਂ 'ਚ ਆ ਨਾ ਵੜੋ ਕਿ ਬਾਹਰ ਮੁਸਤਕਬਿਲ ਹੈ। ਮੁਸਤਕਬਿਲ ਕਿਹੜੇ ਮੁਸਤਕਬਿਲ ਦੀ ਗੱਲ ਕਰਦੇ? ਆਪਣੇ ਘਰ ਨੂੰ ਓਨ ਕਰੋ, ਆਪਣੇ ਘਰ ਨੂੰ ਠੀਕ ਕਰੋ, ਆਪਣੇ ਘਰ ਨੂੰ ਮੰਨੋ। ਉਹ ਕਹਿੰਦਾ ਨਹੀਂ ਜੀ ਮੈਂ ਕੋ ਮੁਲਕ ਛੱਡ ਕੇ ਜਾਵਾਂ, ਮੇਰਾ ਮੁਲਕ ਹੈ, ਮੈਂ ਕੋ ਜਾਵਾਂ ਬਾਹਰ, ਮੇਰਾ ਘਰ ਹੈ। ਉਹ ਘਰ ਨੂੰ ਘਰ ਤੇ ਮੰਨੋ। ਬੱਚੇ ਵੱਡੇ ਨੌਜਵਾਨ ਅੱਜ ਜਿੰਨੂੰ ਮਰਜ਼ੀ ਪੁੱਟ ਕੇ ਵੇਲੋ, ਉਹ ਪਾਕਿਸਤਾਨ ਨੂੰ ਪਾਕਿਸਤਾਨ ਮੰਨਦਾ ਹੀ ਕੋਈ ਨਹੀਂ, ਉਹ ਓਨ ਹੀ ਨਹੀਂ ਕਰਦਾ ਮੇਰਾ ਮੁਲਕ ਹੈ। ਕੋਈ ਸ਼ਹਿਰੀ ਕੋਈ ਬੰਦਾ ਓਨ ਕਰਦਾ, ਜਿਹਨੂੰ ਪੁੱਛ ਲੋ ਮੈਂ ਬਾਹਰ ਜਾਣਾ, ਮੈਂ ਉਹ ਬਾਹਰ ਭੱਜਣਾ ਮਸਲਾ ठीक करना है तो ठीक। अच्छा नाज़रीन, लगता है कि अबू बकर का हमारे साथ कोई मसला बन गया कनेक्शन का, क्योंकि वो इटली में है गालिबन और मैं यहाँ पे लंदन में हूँ और ज़्यादा उसकी इस वक्त रास्ते का बार प्रॉब्लम हो रहा है। आपको पता है इन चीज़ों में ये चीज़ें चलती रहती हैं। बहरहाल आपने गुफ्तगू सुनी, अपनी राय का इज़हार कीजिएगा। मुझे इजाज़त दीजिए, अल्लाह हाफ़िज़।